ਉਹ ਅਸਤੀਫੇ ਨੂੰ ਸਮਝਦਾ ਕੁਝ ਨਹੀਂ ਨਵਜੋਤ ਸਿੰਘ ਸਿੱਧੂ। ਉਹ ਅਸਤੀਫਾ ਜੇਬ 'ਚ ਪਾ ਕੇ ਰੱਖਦਾ ਨਵਜੋਤ ਸਿੰਘ ਸਿੱਧੂ। ਕਿਉਂ? ਉਹ ਕਹਿੰਦਾ ਮੈਂ ਸਿਧਾਂਤ ਨਾਲ ਸਮਝੌਤਾ ਨਹੀਂ ਕਰਨਾ। ਅਹੁਦਿਆਂ 'ਚ ਕੀ ਰੱਖਿਆ? ਕੋਈ ਪੁੱਛੇ 26 ਲੱਖ ਨੌਕਰੀ ਹੈ, 30,000 ਰੁਪਇਆ ਵੀ ਇੱਕ ਨੂੰ ਦਿਓ, 93,000 ਕਰੋੜ ਕਿੰਨਾ? 93,000 ਕਰੋੜ ਰੁਪਇਆ। ਤੇ ਜੇ ਹਜ਼ਾਰ ਰੁਪਇਆ ਸਾਡੀਆਂ ਧੀਆਂ ਭੈਣਾਂ ਨੂੰ ਦੇ ਦਿਓਗੇ, 12,000 ਕਰੋੜ ਉਹ ਹੈ। 93 12 ਹਿਸਾਬ 'ਚ ਮੈਂ ਕਮਜ਼ੋਰ ਸੀ, 10 15 1,05,000 ਕਰੋੜ ਤੇ 3600 ਕਰੋੜ ਦੀ ਬਿਜਲੀ ਕਿੰਨੀ ਹੋ ਗਈ? 1,09,000 ਕਰੋੜ ਰੁਪਇਆ ਸੂਦ-ਸਾਦ ਪਾ ਕੇ। ਮਿੱਤਰ ਪਿਆਰਿਓ, ਪੰਜਾਬ ਦਾ ਬਜਟ 72,000 ਕਰੋੜ ਹੈ। ਉਹ ਬੇਵਕੂਫੋ, ਸੋਚੋ ਤਾਂ ਸਹੀ ਕਰ ਕੀ ਰਹੇ ਹੋ। ਲੋਕ ਕਹਿੰਦੇ ਸੀ ਲਓ ਜੀ ਚਰਨਜੀਤ ਚੰਨੀ ਕੱਟ ਗਏ ਨਵਜੋਤ ਸਿੰਘ ਸਿੱਧੂ ਨੂੰ। ਕਿਉਂ? ਕਿਉਂਕਿ ਦੇਖੋ ਜੀ ਵੱਡੇ ਫੈਸਲੇ ਕਰਨ ਵਾਲਾ ਮੁੱਖ ਮੰਤਰੀ। ਮੈਂ ਇਸ਼ਤਿਹਾਰਾਂ ਵਾਲੇ ਬੋਰਡ ਦੇਖਦਾ ਸੀ, ਘਰ ਘਰ ਚੱਲੀ ਗੱਲ, ਚਰਨਜੀਤ ਚੰਨੀ ਕਰਦਾ ਮਸਲੇ ਹੱਲ। ਪਰ ਮਸਲੇ ਹੱਲ ਤਾਂ ਹੋਏ ਨਹੀਂ। ਜਿਹੜੀ ਉਹ ਗੱਲ ਕਰਦੇ ਨੇ ਵੀ ਸਾਰਾ ਕੁਝ ਗਵਾਉਣਾ ਪੈ ਜੇ ਸਿਆਸਤ 'ਚ, ਤੇ ਗਵਾਉਣ ਨੂੰ ਨਵਜੋਤ ਸਿੰਘ ਸਿੱਧੂ ਕੋਲੇ ਹੈ ਕੀ ਹੈ? ਇੱਕ ਕੋਠੀ ਦਿੱਤੀ ਸੀ ਮੰਤਰੀ ਬਣ ਕੇ ਸਰਕਾਰ ਨੇ, ਸਿੱਧੂ ਨੇ ਕੋਠੀ ਛੱਡਤੀ। ਮੁੜ ਕੇ ਐਮਐਲਏ ਹੋਸਟਲ ਵੀ ਨਹੀਂ ਲਿਆ, ਇੱਕ ਕਮਰਾ ਵੀ ਨਹੀਂ ਲਿਆ ਸਰਕਾਰ ਦਾ। ਹੁਣ ਜਿਹੜਾ ਬੰਦਾ ਅੰਮ੍ਰਿਤਸਰ ਦੇ ਲੋਕਾਂ ਦਾ ਵਿਕਾਸ ਰੋਕੂ, ਉਹ ਉੱਥੇ ਹੀ ਹੋਊ ਜਿੱਥੇ ਡਾਊਨ ਹੈ। ਅਗਰ ਚਰਨਜੀਤ ਚੰਨੀ ਨੇ ਕਹਿਤਾ ਵੀ ਰੇਤਾ 5.5 6 ਰੁਪਏ ਹੋ, ਤੇ ਕੀ ਚਰਨਜੀਤ ਚੰਨੀ ਉਹਨਾਂ ਨੇ ਉਹਦੇ ਪਿੱਛੇ ਕੰਮ ਕੀਤਾ? ਜਿਨ੍ਹਾਂ ਅਫਸਰਾਂ ਨੇ ਉਹਨਾਂ ਤੋਂ ਇਹ ਬਿਆਨ ਦਵਾਇਆ ਕਿ ਉਹਨਾਂ ਅਫਸਰਾਂ ਨੇ ਮੁਕੰਮਲ ਸਟੱਡੀ ਕੀਤਾ? ਤੇ ਜਿਹੜਾ ਪ੍ਰਾਈਮ ਮਿਨਿਸਟਰਾਂ ਦੇ ਹੱਥ 'ਚ ਨੱਚਿਆ, ਉਹ 'ਚ ਪ੍ਰਾਈਮ ਮਿਨਿਸਟਰਾਂ ਦਾ ਵੀ ਕੋਈ ਕਸੂਰ ਨਹੀਂ। ਉਹ ਫਸੇ ਹੀ ਐਸਾ ਕਸੂਤਾ ਸੀ, ਤੇ ਬਾਕੀ ਰਹਿੰਦਾ ਖੁੰਦਾ ਈਡੀ ਨੇ ਕਰਤਾ ਕੰਮ, ਸਮਝਦਾ ਨਾ? ਤੇ ਉਹ ਤਾਂ ਤਾਤਾ ਥਈਆ ਕਰਦਾ ਸੀ। ਤੇ ਜਿਹੜਾ ਤਾਤਾ ਥਈਆ ਕਰਦਾ ਸੀ, ਅੱਜ ਕਿਹੜੇ ਮੂੰਹ ਨਾਲ ਬੋਲਦਾ ਉਹ? ਫਿਰ ਇਹ ਕਿਸ ਤਰ੍ਹਾਂ ਦੀ ਸਿਆਸਤ ਹੈ? ਨਵਜੋਤ ਸਿੰਘ ਸਿੱਧੂ ਨੂੰ ਇਸ ਤਰ੍ਹਾਂ ਦੀ ਸਿਆਸਤ ਨਹੀਂ ਪਸੰਦ। ਭਾਵੇਂ ਉਹ ਚਰਨਜੀਤ ਚੰਨੀ ਨੇ ਐਲਾਨ ਕੀਤੇ, ਭਾਵੇਂ ਉਹ ਪ੍ਰਕਾਸ਼ ਸਿੰਘ ਬਾਦਲ ਕਰਦੇ ਰਹੇ ਵੀ ਮੈਂ ਹਰ ਹਲਕੇ 'ਚ ਆਦਰਸ਼ ਸਕੂਲ ਬਣਾ ਦੂੰ, ਨਵਾਂ ਪੰਜਾਬ ਕਹਿੰਦੇ ਉਸਾਰਾਂਗੇ। ਕਿੱਥੇ ਗਿਆ ਨਵਾਂ ਪੰਜਾਬ? ਪੁਰਾਣੇ ਨੂੰ ਹੀ ਨਹੀਂ ਸਾਂਭਿਆ। ਅੱਜ ਚੰਨੀ ਤੇ ਉਂਗਲਾਂ ਚੁੱਕੀਆਂ ਜਾਂਦੀਆਂ। ਚੰਨੀ ਦਾ ਕੋਈ ਕਸੂਰ ਨਹੀਂ। ਰਲਿਆ ਉਹ ਸੀ ਜਿਹਨੇ ਆਪਦੇ ਟਰਸਟਾਂ ਨੂੰ ਬਚਾਉਣ ਨੂੰ ਜਿਹਦੀ ਬਾਂਹ ਮਰੋੜੀ ਸੀ। ਕੈਪਟਨ ਅਮਰਿੰਦਰ ਨੇ ਜਿਵੇਂ ਥੋਕ 'ਚ ਵਾਅਦੇ ਕੀਤੇ, ਜਿਵੇਂ ਆਪਾਂ ਕਹਿੰਦੇ ਆ ਨਾ ਪੰਡਾਂ ਦੇ ਪੰਡ ਵਾਅਦਿਆਂ ਦੇ ਛੱਡ ਗਏ ਉਹ ਪੰਜਾਬੀਆਂ ਲਈ। ਸਾਰਿਆਂ ਨੂੰ ਨੌਕਰੀ ਮਿਲੂਗੀ, ਘਰ ਘਰ ਕਹਿੰਦੇ ਨੌਕਰੀ। ਪ੍ਰੋਗਰਾਮ ਖਬਰ ਪੜਤਾਲ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਜਗਦੀਸ਼ ਸੰਧੂ। ਅੱਜ ਦੇ ਇਸ ਸਿਆਸੀ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਪੰਜਾਬ ਦੀਆਂ ਪ੍ਰਮੁੱਖ ਸਿਆਸੀ ਸੁਰਖੀਆਂ ਤੇ। ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਨਵਜੋਤ ਸਿੰਘ ਸਿੱਧੂ ਦੁਆਰਾ ਅੰਮ੍ਰਿਤਸਰ ਵਿਖੇ ਦਿੱਤੇ ਗਏ ਖਾਸ ਬਿਆਨਾਂ ਤੇ। ਉਸ ਤੋਂ ਬਾਅਦ ਗੱਲਬਾਤ ਕਰਾਂਗੇ ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਜਾਰੀ ਕੀਤੇ ਗਏ ਇੱਕ ਨੋਟਿਸ ਬਾਰੇ ਗੱਲ ਕਰਾਂਗੇ। ਬੇਹੱਦ ਅਹਿਮ ਨੋਟਿਸ ਹੈ। ਪ੍ਰਨੀਤ ਕੌਰ ਜੋ ਕਿ ਕੈਪਟਨ ਅਮਰਿੰਦਰ ਸਿੰਘ ਦੇ ਧਰਮ ਪਤਨੀ ਨੇ, ਉਹਨਾਂ ਖਿਲਾਫ ਇਹ ਨੋਟਿਸ ਜਾਰੀ ਕੀਤਾ ਗਿਆ। ਉਸ ਤੋਂ ਬਾਅਦ ਗੱਲਬਾਤ ਕਰਾਂਗੇ ਅੱਜ ਮੁੱਖ ਮੰਤਰੀ ਚੰਨੀ ਦਾ ਪਟਿਆਲਾ ਵਿਖੇ ਘਿਰਾਓ ਹੋਇਆ। ਇਹਨਾਂ ਸਾਰੀਆਂ ਸਿਆਸੀ ਖਬਰਾਂ ਦੇ ਉੱਤੇ ਗੱਲਬਾਤ ਕਰਨ ਲਈ ਮੇਰੇ ਨਾਲ ਸਟੂਡੀਓ 'ਚ ਮੌਜੂਦ ਨੇ ਸੁਰਿੰਦਰ ਡੱਲਾ ਜੀ, ਸੀਨੀਅਰ ਪੱਤਰਕਾਰ। ਬਹੁਤ ਬਹੁਤ ਸਵਾਗਤ ਹੈ ਡੱਲਾ ਸਾਹਿਬ ਤੁਹਾਡਾ ਪ੍ਰੋਗਰਾਮ ਦੇ ਵਿੱਚ। ਬਹੁਤ ਧੰਨਵਾਦ ਜਗਦੀਸ਼ ਜੀ, ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਜੀ। ਡੱਲਾ ਸਾਹਿਬ, ਅੱਜ ਫੇਰ ਨਵਜੋਤ ਸਿੰਘ ਸਿੱਧੂ ਨੇ ਵੱਡੀਆਂ ਸਿਆਸੀ ਪਾਰਟੀਆਂ ਜਿਨ੍ਹਾਂ ਨੇ ਪੰਜਾਬ ਦੇ ਉੱਪਰ ਰਾਜ ਕੀਤਾ, ਚਾਹੇ ਉਹ ਕਾਂਗਰਸ ਹੋਵੇ ਚਾਹੇ ਸ਼੍ਰੋਮਣੀ ਅਕਾਲੀ ਦਲ ਹੋਵੇ, ਸਵਾਲ ਖੜੇ ਕੀਤੇ ਆ ਖਾਸ ਤੌਰ ਤੇ ਪਾਲਿਸੀ ਨੂੰ ਲੈ ਕੇ। ਸਿੱਧੂ ਸਾਹਿਬ ਨੇ ਕਿਹਾ ਕਿ ਜਿਸ ਤਰ੍ਹਾਂ ਦੇ ਵਾਅਦੇ ਸਿਆਸੀ ਪਾਰਟੀਆਂ ਕਰਦੀਆਂ ਨੇ, ਜ਼ਮੀਨੀ ਪੱਧਰ ਤੇ ਉਹਨਾਂ ਵਾਅਦਿਆਂ ਨੂੰ ਲਾਗੂ ਕਰਨਾ ਬੇਹੱਦ ਮੁਸ਼ਕਿਲ ਹੁੰਦਾ ਹੈ। ਸੋ ਅੱਜ ਇੱਕ ਫਾਰਮੂਲੇ ਦੀ ਗੱਲ ਕੀਤੀ ਉਹਨਾਂ ਨੇ, 13 ਨੁਕਾਤੀ ਪ੍ਰੋਗਰਾਮ ਦੀ ਗੱਲ ਕੀਤੀ ਹੈ ਸਿੱਧੂ ਸਾਹਿਬ ਨੇ। ਇੱਕ ਵਾਰੀ ਫਿਰ ਤੋਂ ਸਿਆਸੀ ਪਾਰਟੀਆਂ ਤੇ ਕੈਪਟਨ ਅਮਰਿੰਦਰ ਸਿੰਘ ਦਾ ਵੀ ਵੱਡੇ ਪੱਧਰ ਤੇ ਘਿਰਾਓ ਕੀਤਾ, ਚਾਹੇ ਉਹ ਪ੍ਰਕਾਸ਼ ਸਿੰਘ ਬਾਦਲ ਹੋਣ। ਇੱਥੋਂ ਤੱਕ ਹੁਣ ਦੀ ਜਿਹੜੀ ਸਰਕਾਰ ਹੈ ਉਹਦੇ ਵਾਅਦਿਆਂ ਉੱਤੇ ਵੀ ਉਹਨਾਂ ਨੇ ਵੱਡੇ ਸਵਾਲ ਖੜੇ ਕੀਤੇ ਨੇ। ਕਿਵੇਂ ਦੇਖਦੇ ਹੋ ਅੱਜ ਦੇ ਇਹਨਾਂ ਸਿੱਧੂ ਸਾਹਿਬ ਦੇ ਬਿਆਨਾਂ ਨੂੰ? ਦੇਖੋ, ਜਿਹੜੇ ਕੱਲ੍ਹ ਦੇ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਬਿਆਨ ਸੀ ਨਾ, ਮੈਂ ਇਹ ਨਹੀਂ ਦੇਖਦਾ ਕਿ ਉਹਨਾਂ ਨੇ ਮੌਜੂਦਾ ਸਰਕਾਰ ਤੇ ਸਵਾਲ ਖੜੇ ਕੀਤੇ ਨੇ। ਅਸਲ 'ਚ ਨਵਜੋਤ ਸਿੰਘ ਸਿੱਧੂ ਉਹਨਾਂ ਦੀ ਲੜਾਈ ਸਰਕਾਰ ਨਾਲ ਨਹੀਂ, ਨਵਜੋਤ ਸਿੰਘ ਸਿੱਧੂ ਦੀ ਲੜਾਈ ਪੰਜਾਬ ਦੇ ਤਰੱਕੀ ਦੇ ਸਿਧਾਂਤ ਦੇ ਲਾਗੂ ਕਰਨ ਨਾਲ ਹੈ। ਨਵਜੋਤ ਸਿੰਘ ਸਿੱਧੂ ਚਾਹੁੰਦੇ ਨੇ ਕਿ ਕੈਪਟਨ ਅਮਰਿੰਦਰ ਨੇ ਜਿਵੇਂ ਥੋਕ 'ਚ ਵਾਅਦੇ ਕੀਤੇ, ਜਿਵੇਂ ਆਪਾਂ ਕਹਿੰਦੇ ਆ ਨਾ ਪੰਡਾਂ ਦੇ ਪੰਡ ਵਾਅਦਿਆਂ ਦੇ ਛੱਡ ਗਏ ਉਹ ਪੰਜਾਬੀਆਂ ਲਈ। ਸਾਰਿਆਂ ਨੂੰ ਨੌਕਰੀ ਮਿਲੂਗੀ, ਘਰ ਘਰ ਕਹਿੰਦੇ ਨੌਕਰੀ। ਹੁਣ ਘਰ ਘਰ ਨੌਕਰੀ ਦਾ ਸੰਦਰਭ ਕੀ ਹੈ, ਮਤਲਬ ਕੀ ਹੈ? ਘਰ ਘਰ ਨੌਕਰੀ ਦਾ ਮਤਲਬ ਹੈ ਕਿ ਹਰ ਪਰਿਵਾਰ 'ਚ ਸਰਕਾਰ ਨੌਕਰੀ ਦਊ।
ਸਾਰਿਆਂ ਦਾ ਕਹਿੰਦੇ ਕਰਜ਼ਾ ਮਾਫ ਕਰ ਦਾਂਗੇ, ਕਿਸ਼ਤਾਂ ਨਾ ਕਹਿੰਦੇ ਮੋੜੋ। ਇਹ ਕਹਿ ਦੇਣਾ ਕਿਸਾਨਾਂ ਨੂੰ ਵੀ ਤੁਸੀਂ ਕਿਸ਼ਤਾਂ ਦੇਣ ਦੀ ਲੋੜ ਨਹੀਂ, ਮੇਰੀ ਸਰਕਾਰ ਆ ਗਈ, ਤੁਹਾਡਾ ਕਿਸੇ ਵੀ ਬੈਂਕ ਦਾ ਕਰਜ਼ਾ ਮਾਫ ਹੋ ਜੂ, ਇਹ ਝੂਠ ਸੀ, ਇਹ ਝੂਠ ਸਾਬਤ ਹੋਇਆ। ਹੁਣ ਨਵਜੋਤ ਸਿੰਘ ਸਿੱਧੂ ਸਪਸ਼ਟ ਤੌਰ ਤੇ ਕਹਿ ਰਹੇ ਨੇ ਕਿ ਮੈਂ ਪੰਜਾਬੀਆਂ ਨੂੰ ਝੂਠੇ ਵਾਅਦੇ ਕਰਕੇ ਵੋਟਾਂ ਮੰਗਣ ਨਹੀਂ ਜਾਣਾ। ਹੁਣ ਤੁਸੀਂ ਚਰਨਜੀਤ ਸਿੰਘ ਚੰਨੀ ਉਹਨਾਂ ਦੀ ਸਥਿਤੀ ਦੇਖੋ, ਤੁਸੀਂ ਭੂਮਿਕਾ ਵੀ ਬੰਨੀ ਹੈ। ਹੁਣ ਚਰਨਜੀਤ ਚੰਨੀ ਉਹਨਾਂ ਨੂੰ ਨਿੰਦ ਰਹੇ ਨੇ ਅਰਵਿੰਦ ਕੇਜਰੀਵਾਲ, ਸੁਖਬੀਰ ਬਾਦਲ, ਆ ਪਟਿਆਲੇ 'ਚ ਕਹਿੰਦੇ ਮੁਲਾਜ਼ਮਾਂ ਨੇ ਵਿਰੋਧ ਕਰਤਾ, ਆ ਕੁਝ ਲੋਕ ਜਿਹੜੇ ਕਿਸਾਨ ਨੇ ਉਹ ਚਰਨਜੀਤ ਚੰਨੀ ਉਹਨਾਂ ਨੂੰ ਮਿਲਣ ਗਏ ਸੀ, ਕੁਝ ਦਿਨ ਪਹਿਲਾਂ ਮੀਟਿੰਗ ਸੀ ਉਹਨਾਂ ਦੀ ਕਿਸਾਨ ਜਥੇਬੰਦੀਆਂ ਨਾਲ, ਜਦ ਤੱਕ ਚਰਨਜੀਤ ਚੰਨੀ ਨਹੀਂ ਆਏ ਕਿਸਾਨ ਜਥੇਬੰਦੀਆਂ ਨੂੰ ਮਿਲਣ ਨਹੀਂ ਦਿੱਤਾ ਗਿਆ ਉਹਨਾਂ ਨਾਲ, ਉਹ ਵੀ ਨਾਰਾਜ਼ ਹੋਈਆਂ। ਹੁਣ ਚਰਨਜੀਤ ਚੰਨੀ ਉਹਨਾਂ ਦੀ ਜਿਹੜੀ ਇਮੇਜ ਬਣਾਤੀ ਆਮ ਆਦਮੀ ਦੀ, ਚਰਨਜੀਤ ਚੰਨੀ ਤੋਂ ਆਏ ਦਿਨ ਨਵੇਂ ਐਲਾਨ ਕਰਾਤੇ, ਸਿਸਟਮ ਨੇ ਕਰਾਤੇ, ਸਰਕਾਰ ਨੇ ਕਰਾਤੇ, ਜਿਹੜੇ ਚਰਨਜੀਤ ਚੰਨੀ ਨੇ ਆਪਣੀ ਮਰਜ਼ੀ ਨਾਲ ਹੀ ਕੀਤੇ ਨੇ ਨਾ। ਅਗਰ ਚਰਨਜੀਤ ਚੰਨੀ ਕਨਵਿੰਸ ਹੋਏ, ਜਿਨ੍ਹਾਂ ਲੋਕਾਂ ਨੇ ਸਲਾਹ ਦਿੱਤੀ ਚਰਨਜੀਤ ਚੰਨੀ ਨੂੰ ਵੀ ਜੀ ਆਹ ਐਲਾਨ ਕਰੋ, ਚਰਨਜੀਤ ਚੰਨੀ ਨੂੰ ਸੁਪਨਾ ਤਾਂ ਆਇਆ ਨਹੀਂ ਵੀ ਮੈਂ ਅੱਜ ਐਲਾਨ ਕਰਦਾ ਵੀ ਕੇਬਲ ਪੰਜਾਬ 'ਚ 100 ਰੁਪਏ, ਉਹ ਕੇਬਲ ਵਾਲੇ ਨਾਰਾਜ਼ ਹੋ ਗਏ। ਕਿਸੇ ਨੇ ਤਾਂ ਚਰਨਜੀਤ ਚੰਨੀ ਤੋਂ ਐਲਾਨ ਕਰਾਏ ਨਾ। ਫਿਰ ਇਹ ਕਿਸ ਤਰ੍ਹਾਂ ਦੀ ਸਿਆਸਤ ਹੈ? ਨਵਜੋਤ ਸਿੰਘ ਸਿੱਧੂ ਨੂੰ ਇਸ ਤਰ੍ਹਾਂ ਦੀ ਸਿਆਸਤ ਨਹੀਂ ਪਸੰਦ, ਭਾਵੇਂ ਉਹ ਚਰਨਜੀਤ ਚੰਨੀ ਨੇ ਐਲਾਨ ਕੀਤੇ, ਭਾਵੇਂ ਉਹ ਪ੍ਰਕਾਸ਼ ਸਿੰਘ ਬਾਦਲ ਕਰਦੇ ਰਹੇ ਵੀ ਮੈਂ ਹਰ ਹਲਕੇ 'ਚ ਆਦਰਸ਼ ਸਕੂਲ ਬਣਾ ਦੂੰ, ਨਵਾਂ ਪੰਜਾਬ ਕਹਿੰਦੇ ਉਸਾਰਾਂਗੇ। ਕਿੱਥੇ ਗਿਆ ਨਵਾਂ ਪੰਜਾਬ? ਪੁਰਾਣੇ ਨੂੰ ਹੀ ਨਹੀਂ ਸਾਂਭਿਆ। ਹੁਣ ਕੈਪਟਨ ਅਮਰਿੰਦਰ ਨੇ ਵੀ ਇਹੀ ਕੰਮ ਕੀਤਾ, ਚਰਨਜੀਤ ਚੰਨੀ ਉਹਨਾਂ ਤੋਂ ਵੀ ਸਿਸਟਮ ਇਹੀ ਕੰਮ ਕਰਾ ਰਿਹਾ ਹੈ। ਚਰਨਜੀਤ ਚੰਨੀ ਜੀ ਆਉਂਦੇ ਨੇ 100 ਰੁਪਏ ਕੇਬਲ, ਚਰਨਜੀਤ ਚੰਨੀ ਜੀ ਬਿਆਨ ਦੇ ਦਿੰਦੇ ਨੇ ਕਿ ਰੇਤਾ ਇੰਨਾ ਸਸਤਾ, ਉਹ ਰੇਤਾ ਮਿਲ ਨਹੀਂ ਰਿਹਾ। ਹੁਣ ਨਵਜੋਤ ਸਿੰਘ ਸਿੱਧੂ ਇੱਕ ਸਿਧਾਂਤਕ ਲੜਾਈ ਲੜ ਰਹੇ ਨੇ ਕਿ ਅਸੀਂ 2022 ਦੀਆਂ ਚੋਣਾਂ ਦੇ ਵਿੱਚ ਲੋਕਾਂ ਨੂੰ ਲਾਰੇ, ਵਾਅਦੇ, ਝੂਠੇ ਸੁਪਨੇ ਵਿਖਾ ਕੇ ਨਹੀਂ ਜਾਣਾ। ਸੋ ਨਵਜੋਤ ਸਿੰਘ ਸਿੱਧੂ ਦਾ ਵਿਅਕਤੀਗਤ ਵਿਰੋਧ ਕਿਸੇ ਨਾਲ ਨਹੀਂ, ਕੈਪਟਨ ਅਮਰਿੰਦਰ ਦੇ ਨਾਲ ਵੀ ਨਵਜੋਤ ਸਿੰਘ ਸਿੱਧੂ ਦਾ ਵਿਅਕਤੀਗਤ ਵਿਰੋਧ ਨਹੀਂ ਹੈ। ਹਾਂ, ਅਸੂਲਾਂ 'ਤੇ ਨਵਜੋਤ ਸਿੰਘ ਸਿੱਧੂ ਸਟੈਂਡ ਲੈਣ ਵਾਲੇ ਵਿਅਕਤੀ ਨੇ, ਅਸੂਲਾਂ 'ਤੇ ਉਹ ਖੜ ਜਾਂਦੇ ਨੇ ਤੇ ਅੜ ਜਾਂਦੇ ਨੇ। ਉਹ ਭਾਵੇਂ ਕਹਿੰਦੇ ਸਾਰਾ ਕੁਝ ਗਵਾਉਣਾ ਪੈ ਜੇ, ਜਿਹੜੀ ਉਹ ਗੱਲ ਕਰਦੇ ਨੇ ਵੀ ਸਾਰਾ ਕੁਝ ਗਵਾਉਣਾ ਪੈ ਜੇ ਸਿਆਸਤ 'ਚ, ਤੇ ਗਵਾਉਣ ਨੂੰ ਨਵਜੋਤ ਸਿੰਘ ਸਿੱਧੂ ਕੋਲੇ ਹੈ ਕੀ ਹੈ? ਇੱਕ ਕੋਠੀ ਦਿੱਤੀ ਸੀ ਮੰਤਰੀ ਬਣ ਕੇ ਸਰਕਾਰ ਨੇ, ਸਿੱਧੂ ਨੇ ਕੋਠੀ ਛੱਡਤੀ, ਮੁੜ ਕੇ ਐਮਐਲਏ ਹੋਸਟਲ ਵੀ ਨਹੀਂ ਲਿਆ, ਇੱਕ ਕਮਰਾ ਵੀ ਨਹੀਂ ਲਿਆ ਸਰਕਾਰ ਦਾ। ਹੁਣ ਜਿਹੜੇ ਉਹਨਾਂ ਦੇ ਸਪੋਰਟਰ ਨੇ ਉਹਨਾਂ 'ਤੇ ਦਬਾਅ ਜ਼ਰੂਰ ਪਾ ਰਹੇ ਨੇ ਵੀ ਚੋਣਾਂ ਦਾ ਸਮਾਂ ਜੀ, ਚੰਡੀਗੜ੍ਹ ਇੱਕ ਲੈ ਲਓ ਕੋਠੀ। ਹੁਣ ਨਵਜੋਤ ਸਿੰਘ ਸਿੱਧੂ ਨੇ ਨਾ ਅਹੁਦਾ ਰੱਖਿਆ, ਨਾ ਅਹੁਦਿਆਂ ਦੀ ਪਰਵਾਹ ਕੀਤੀ, ਇਸ ਕਰਕੇ ਉਹ ਇੱਕ ਅਸੂਲ 'ਤੇ ਖੜ੍ਹਾ। ਹੁਣ ਪੈਸੇ ਕਮਾਉਣੇ ਹੋਣ ਤਾਂ ਨਵਜੋਤ ਸਿੰਘ ਸਿੱਧੂ ਨੂੰ ਆ ਕ੍ਰਿਕਟ ਵਾਲੇ ਸੱਦੀ ਜਾਂਦੇ ਸੀ ਵੀ ਕਮੈਂਟਰੀ ਕਰ ਜਾਓ ਸਿੱਧੂ ਸਾਹਿਬ, ਤੇ ਕਰੋੜਾਂ ਰੁਪਏ, 40-50 ਕਰੋੜ ਰੁਪਏ ਦੀ ਮੇਰੇ ਖਿਆਲ ਆਵਾਜ਼ ਸੀ, ਆਫਰ ਸੀ, 40 ਕਰੋੜ ਦੀ ਸ਼ਾਇਦ ਆਫਰ ਸੀ। ਛੋਟੀ ਗੱਲ ਹੁੰਦੀ ਹੈ ਜੀ 40 ਕਰੋੜ ਸਾਡੇ ਵਰਗਾ ਬੰਦਾ ਜ਼ਿੰਦਗੀ 'ਚ ਗਿਣ ਹੀ ਨਹੀਂ ਸਕਦਾ। ਮੋਰਾ ਸਾਹਿਬ ਆਪਣੇ ਜਗਦੀਸ਼ ਜੀ ਮੋਰਾ ਸਾਹਿਬ ਸਾਡੇ ਸਾਥੀ ਅੱਜ ਕੱਲ੍ਹ ਕਿਤੇ ਹੋਰ ਰੁੱਝੇ ਹੋਏ ਨੇ, ਅੱਜ ਕੱਲ੍ਹ ਆਉਣਗੇ ਬਹੁਤ ਜਲਦ। ਸੋ ਸਵਾਲ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਇੱਕ ਸਿਧਾਂਤ ਦੇ ਉੱਤੇ 2022 ਨੂੰ ਦੇਖ ਕੇ ਅੱਗੇ ਵਧ ਰਹੇ ਨੇ। ਇੱਕ ਵਾਰੀ ਗੱਲ ਨਵਜੋਤ ਸਿੰਘ ਸਿੱਧੂ ਦੀ ਸੁਣ ਲਓ ਵਿਸਥਾਰ ਦੇ ਵਿੱਚ। ਉਹ ਲੋਕਾਂ ਦੇ ਟੈਕਸਾਂ ਦੇ ਪੈਸੇ ਲੋਕਾਂ ਨੂੰ ਵਾਪਸ ਜਾ ਰਹੇ ਨੇ, ਇੰਨੀ ਸਮਝਣ ਦੀ ਗੱਲ ਹੈ। ਹੁਣ ਜਿਹੜਾ ਬੰਦਾ ਅੰਮ੍ਰਿਤਸਰ ਦੇ ਲੋਕਾਂ ਦਾ ਵਿਕਾਸ ਰੋਕੂ, ਉਹ ਉੱਥੇ ਹੀ ਹੋਊ ਜਿੱਥੇ ਡਾਊਨ ਹੈ, ਉੱਥੇ ਹੀ ਹੋਊ, ਸਮਝਦਾ ਨਾ। ਉਹਨੂੰ ਰੱਬ ਨੇ ਪੜ੍ਹਨੇ ਪਾ ਦੇਣਾ। ਬੜੇ ਬੜੇ ਚੀਫ ਮਿਨਿਸਟਰ ਆਏ ਤੇ ਗਏ, ਡਿਪਟੀ ਵੀ ਆਏ, ਉਹ ਵੀ ਗਏ, ਸਮਝਦਾ ਨਾ। ਤੇ ਬੜੇ ਬੜੇ ਪਾਟੇ ਖਾਂ ਕਹਾਉਂਦੇ ਹੋਏ ਜਿਹੜੇ ਇੱਥੇ ਨਾਅਰੇ ਲਾਉਂਦੇ ਹੁੰਦੇ, ਉਹ ਵੀ ਗਏ। ਰਹੂ ਉਹੀ ਜਿਹਦੇ ਤੇ ਗੁਰੂ ਰਾਮਦਾਸ ਪਾਤਸ਼ਾਹ ਦੀ ਮਿਹਰ ਹੋਈ, ਜਿਹਨੇ ਉਹਦੀ ਨਗਰੀ ਦਾ ਸੰਵਾਰਿਆ, ਉਹਦੀ ਸ੍ਰਿਸ਼ਟੀ ਦਾ ਸੰਵਾਰਿਆ। ਇਸੇ ਤਰ੍ਹਾਂ ਭਾਵੇਂ ਅਕੈਡਮੀ ਹੋਵੇ, ਭਾਵੇਂ ਪੁਲ ਹੋਣ, ਦੇਰ ਸਵੇਰ ਵੇਖੋ ਪਹਿਲਾਂ ਕਾਲੇ ਬੱਦਲ ਹਟੇ, ਠੀਕ ਹੈ ਕਿ ਨਹੀਂ? ਉਦੋਂ ਬਾਅਦ ਉਹ ਪਾਟੇ ਖਾਂ ਹਟਿਆ ਜਿਹੜਾ ਕਹਿੰਦਾ ਸੀ ਦਰਵਾਜ਼ੇ ਤੇਰੇ ਬੰਦ, ਹੈਂ ਕਿੱਧਰ ਨੂੰ ਆਇਆ ਹੁਣ, ਠੀਕ ਹੈ ਕਿ ਨਹੀਂ? ਹਾਂ। ਤੇ ਅੱਜ ਚੰਨੀ ਤੇ ਉਂਗਲਾਂ ਚੁੱਕੀਆਂ ਜਾਂਦੀਆਂ। ਚੰਨੀ ਦਾ ਕੋਈ ਕਸੂਰ ਨਹੀਂ, ਰਲਿਆ ਉਹ ਸੀ ਜਿਹਨੇ ਆਪਦੇ ਟਰਸਟਾਂ ਨੂੰ ਬਚਾਉਣ ਨੂੰ ਜਿਹਦੀ ਬਾਂਹ ਮਰੋੜੀ ਸੀ, ਤੇ ਜਿਹੜਾ ਰਬੜ ਦੇ ਗੁੱਡੇ ਵਾਂਗ ਨੱਚਦਾ ਸੀ, ਤੇ ਜਿਹੜਾ ਪ੍ਰਾਈਮ ਮਿਨਿਸਟਰਾਂ ਦੇ ਹੱਥ 'ਚ ਨੱਚਿਆ, ਉਹ 'ਚ ਪ੍ਰਾਈਮ ਮਿਨਿਸਟਰਾਂ ਦਾ ਵੀ ਕੋਈ ਕਸੂਰ ਨਹੀਂ। ਉਹ ਫਸੇ ਹੀ ਐਸਾ ਕਸੂਤਾ ਸੀ, ਤੇ ਬਾਕੀ ਰਹਿੰਦਾ ਖੁੰਦਾ ਈਡੀ ਨੇ ਕਰਤਾ ਕੰਮ, ਸਮਝਦਾ ਨਾ। ਤੇ ਉਹ ਤਾਂ ਤਾਤਾ ਥਈਆ ਕਰਦਾ ਸੀ,
ਤੇ ਜਿਹੜਾ ਥਾਂ ਥਈਆ ਕਰਦਾ ਸੀ ਅੱਜ ਕਿਹੜੇ ਮੂੰਹ ਨਾਲ ਬੋਲਦਾ ਉਹ? ਚੀਫ ਮਿਨਿਸਟਰ ਦੇ ਖਿਲਾਫ ਬੋਲੂ, ਮੇਰੇ ਤੋਂ ਜਵਾਬ ਲਊ। ਯਾਦ ਰੱਖਿਓ ਮੇਰੀ ਗੱਲ। ਹੁਣ ਆਪਾਂ ਗੱਲ ਸੁਣੀ ਨਵਜੋਤ ਸਿੰਘ ਸਿੱਧੂ ਦੀ, ਡਿਵੈਲਪਮੈਂਟ ਤੋਂ ਲੈ ਕੇ ਦੇਖੋ ਪ੍ਰਕਾਸ਼ ਸਿੰਘ ਬਾਦਲ ਦੀ ਵੀ ਗੱਲ ਕਰ ਗਏ, ਕੈਪਟਨ ਅਮਰਿੰਦਰ ਦੀ ਵੀ ਗੱਲ ਕਰ ਗਏ ਕਿ ਪੁਰਾਣੇ ਸਮੇਂ 'ਚ ਜਿਵੇਂ ਕੰਮ ਹੋਇਆ ਮੈਂ ਉਹਦਾ ਵਿਰੋਧੀ ਹਾਂ। ਔਰ ਹਮੇਸ਼ਾ ਸਭ ਨੂੰ ਪਤਾ ਹੈ ਨਵਜੋਤ ਸਿੰਘ ਸਿੱਧੂ ਦੇ ਪੁਲਾਂ ਦਾ ਕੰਮ ਸੀ, ਧਰਨਾ ਮਾਰਿਆ ਨਵਜੋਤ ਸਿੰਘ ਸਿੱਧੂ ਨੇ, ਉੱਥੇ ਭੁੱਖ ਹੜਤਾਲ ਰੱਖੀ, ਬਾਦਲ ਸਾਹਿਬ ਤੜਾ ਗਏ ਆ ਕੇ ਭੁੱਖ ਹੜਤਾਲ ਵੀ ਕੰਮ ਕਰ ਦਿਆਂਗੇ, ਪੁਲ ਫੇਰ ਨਹੀਂ ਬਣੇ, ਕੈਪਟਨ ਅਮਰਿੰਦਰ ਤੋਂ ਵੀ ਨਹੀਂ ਬਣੇ, 4.5 ਸਾਲ ਲੰਘ ਗਏ। ਹੁਣ ਨਵਜੋਤ ਸਿੰਘ ਸਿੱਧੂ ਕਹਿੰਦੇ ਵੀ ਚਰਨਜੀਤ ਚੰਨੀ ਆਏ ਨੇ, ਹੁਣ ਕੰਮ ਸੁਖਾਲਾ ਹੋਇਆ, ਹੁਣ ਮੈਂ ਪੁਲ ਬਣਾ ਕੇ ਹਟਣੇ ਆ। ਔਰ ਅੰਮ੍ਰਿਤਸਰ ਦੇ ਉਹਨਾਂ ਪੁਲਾਂ ਦੇ ਬੜੀ ਤੇਜ਼ੀ ਨਾਲ ਕੰਮ ਹੋ ਰਿਹਾ ਔਰ ਉਮੀਦ ਕਰਾਂਗੇ ਕਿ ਚੋਣ ਜ਼ਾਬਤੇ ਤੋਂ ਪਹਿਲਾਂ ਪੁਲਾਂ ਦਾ ਉਦਘਾਟਨ ਹੋ ਜਾਏ। ਜੇ ਉਦਘਾਟਨ ਹੋ ਜਾਏ ਤੇ ਅੰਮ੍ਰਿਤਸਰ ਦੇ ਲੋਕਾਂ ਦੇ ਲਈ ਇਹ ਵੀ ਇੱਕ ਖੁਸ਼ੀ ਵਾਲੀ ਗੱਲ ਹੋਏਗੀ। ਸੋ ਅਸੂਲ ਤੇ ਸਿਧਾਂਤ ਤੇ ਗਗਨ ਜੀ, ਆਪਣੇ ਜਗਦੀਸ਼ ਜੀ, ਗਗਨ ਜੀ ਵੀ ਸਾਡੇ ਸਾਥੀ ਅੱਜ ਕੱਲ੍ਹ ਉਹ ਵੀ ਛੁੱਟੀ ਤੇ ਨੇ, ਥੋੜ੍ਹਾ ਜਿਹਾ ਕਿਤੇ ਹੋਰ ਰੁੱਝੇ ਨੇ। ਬਹੁਤ ਜਲਦ ਮੈਨੂੰ ਲੱਗਦਾ ਹੈ ਸਾਡੇ ਨਾਲ ਫਿਰ ਗਗਨਦੀਪ ਸਿੰਘ ਸਾਡੇ ਨਾਲ ਜੁੜਨਗੇ, ਬੜੇ ਸਾਡੇ ਪਿਆਰੇ ਸਾਥੀ ਨੇ। ਹੁਣ ਸਵਾਲ ਇਹ ਹੈ ਕਿਉਂਕਿ ਲਗਾਤਾਰ ਉਹਨਾਂ ਨਾਲ ਪ੍ਰੋਗਰਾਮ ਕੀਤੇ ਜਗਦੀਸ਼ ਜੀ, ਸੋ ਮੇਰੀ ਜ਼ੁਬਾਨ ਤੇ ਨਾਮ ਚੜੇ ਹੋਏ ਨੇ। ਸੋ ਹੁਣ ਨਵਜੋਤ ਸਿੰਘ ਸਿੱਧੂ ਇਹਨਾਂ ਪੁਲਾਂ ਨੂੰ ਬਣਾਉਣ ਦੀ ਜਿਹੜਾ ਤਹੀਆ ਉਹਨਾਂ ਨੇ ਕੀਤਾ, ਇਹ ਵੀ ਗੱਲ ਸੁਣ ਲਓ ਕਿ ਲਗਾਤਾਰ ਨਵਜੋਤ ਸਿੰਘ ਸਿੱਧੂ ਚਾਹੁੰਦੇ ਨੇ ਕਿ ਇਹ ਜਲਦ ਤੋਂ ਜਲਦ ਪੁਲਾਂ ਦਾ ਨਿਰਮਾਣ ਮੁਕੰਮਲ ਹੋਵੇ ਔਰ 200 ਕਰੋੜ ਦੀ ਗੱਲ ਕਰ ਰਹੇ ਨੇ ਕਿ 150-200 ਕਰੋੜ ਅਸੀਂ ਹੋਰ ਇੱਥੇ ਵਿਕਾਸ ਦੇ ਕੰਮਾਂ 'ਚ ਅੰਮ੍ਰਿਤਸਰ ਦੇ ਵਿੱਚ ਲਾਵਾਂਗੇ। ਇਹਦਾ ਮਤਲਬ ਕੀ ਹੈ? ਗੱਲ ਅੰਮ੍ਰਿਤਸਰ ਦੀ ਇੱਕ ਉਦਾਹਰਨ ਹੈ। ਵਿਜ਼ਨ ਨਵਜੋਤ ਸਿੰਘ ਸਿੱਧੂ ਕੋਲੇ ਜਗਦੀਸ਼ ਜੀ ਪੂਰੇ ਪੰਜਾਬ ਦਾ ਹੀ ਹੈ ਜੀ, ਪੂਰੇ ਪੰਜਾਬ ਨੂੰ ਹੀ। ਦੇਖੋ ਮਾਈਨਿੰਗ ਪਾਲਿਸੀ ਦੀ ਗੱਲ ਫਿਰ ਉਹਨਾਂ ਨੇ ਕੀਤੀ, ਐਕਸਾਈਜ਼ ਪਾਲਿਸੀ ਦੀ ਗੱਲ ਉਹਨਾਂ ਨੇ ਫਿਰ ਕੀਤੀ। ਕਿਸੇ ਪਾਰਟੀ ਕੋਲੇ ਵਿਜ਼ਨ ਨਹੀਂ ਹੈ। ਇੱਕ ਵਾਰੀ ਫਿਰ ਬੜੇ ਇੰਪੋਰਟੈਂਟ ਇਸ਼ੂਜ਼ ਤੇ ਨਵਜੋਤ ਸਿੰਘ ਸਿੱਧੂ ਦੀ ਗੱਲ ਸੁਣਦੇ ਹਾਂ। ਮੈਂ ਆਪਣੇ ਛੋਟੇ ਭਾਈ ਨਾਲ ਬੈਠੂੰਗਾ, ਹਰੀਸ਼ ਜੀ ਨਾਲ ਬੈਠੂੰਗਾ, ਤੁਹਾਨੂੰ ਇੱਕ ਐਸਾ ਪਾਲਿਸੀ ਬੇਸਡ ਜਿਹਦੇ 'ਚ ਬਜਟਰੀ ਐਲੋਕੇਸ਼ਨ ਪਤਾ ਹੋਊ, ਇੱਕ ਇੱਕ ਚੀਜ਼ ਟਿਕਾ ਕੇ ਦੇਵਾਂਗੇ। 26 ਲੱਖ ਨੌਕਰੀ ਦੇ ਦੇਵਾਂਗੇ। ਪਰਚੀਆਂ ਰੱਖਿਓ ਸੰਭਾਲ ਕੇ, ਬੱਲਿਓ ਤੇਰੇ, ਪਰਚੀਆਂ ਰੱਖਿਓ ਸੰਭਾਲ ਕੇ। 26 ਲੱਖ ਨੌਕਰੀ, ਭਲਾ ਪੁੱਛੇ ਕੋਈ ਪੁੱਛੇ 26 ਲੱਖ ਨੌਕਰੀ ਹੈ, 30,000 ਰੁਪਈਆ ਵੀ ਇੱਕ ਨੂੰ ਦਿਓ, 93,000 ਕਰੋੜ ਰੁਪਈਆ। ਕਿੰਨਾ? 93,000 ਕਰੋੜ ਰੁਪਈਆ। ਤੇ ਜੇ ਹਜ਼ਾਰ ਰੁਪਇਆ ਸਾਡੀਆਂ ਧੀਆਂ ਭੈਣਾਂ ਨੂੰ ਦੇ ਦਿਓਗੇ, 12,000 ਕਰੋੜ ਉਹ ਹੈ। 93 12 ਹਿਸਾਬ 'ਚ ਮੈਂ ਕਮਜ਼ੋਰ ਸੀ, 10 ਪੁੱਤਰਾਂ 1,05,000 ਕਰੋੜ ਤੇ 3600 ਕਰੋੜ ਦੀ ਬਿਜਲੀ ਕਿੰਨੀ ਹੋ ਗਈ? 1,08,000 ਕਰੋੜ। 1,09,000 ਕਰੋੜ ਰੁਪਈਆ ਸੂਦ-ਸਾਦ ਪਾ ਕੇ। ਮਿੱਤਰ ਪਿਆਰਿਓ, ਪੰਜਾਬ ਦਾ ਬਜਟ 72,000 ਕਰੋੜ ਹੈ। ਉਹ ਬੇਵਕੂਫੋ, ਸੋਚੋ ਤਾਂ ਸਹੀ ਕਰ ਕੀ ਰਹੇ ਹੋ? ਕਿਹਦਾ ਮੂਰਖ ਬਣਾ ਰਹੇ ਹੋ? ਇਹ ਕੀ ਕਰਨ ਡਏ ਹੋ? ਤੁਹਾਨੂੰ ਲੱਗਦਾ ਹੈ ਕਿ ਇਹ ਜਿਹੜੇ ਬਾਲ ਨੇ ਆ ਬਜ਼ੁਰਗਾਂ ਦੇ ਧੁੱਪੇ ਸਫੇਦ ਹੋਏ ਆ? ਇਹ ਸਿਆਣੇ ਲੋਕ ਨੇ, ਅੰਮ੍ਰਿਤਸਰ ਦੇ ਹੋਣ, ਪੰਜਾਬ ਦੇ ਹੋਣ, ਉਹ ਸਮਝਣ ਲੱਗ ਗਏ ਵੀ ਸੜੇ ਗਲੇ ਲੋਲੀਪੌਪਾਂ ਨਾਲ ਚੱਲਣਾ ਨਹੀਂਗਾ। ਇਹ ਪੰਜਾਬ ਨੀਤੀਬੱਧ, ਯੋਜਨਾਬੱਧ ਤਰੀਕੇ ਦੇ ਨਾਲ ਵਾਪਸ ਆਊ ਤੇ ਉਹ ਮਾਡਲ ਮੈਂ ਦੇਊਂ, ਪਰ ਦਊਂ ਉਦੋਂ ਜਦੋਂ ਮੈਨੂੰ ਮੇਰੇ ਬੌਸ ਰਾਹੁਲ ਜੀ, ਪ੍ਰਿਯੰਕਾ ਜੀ ਔਰ ਮੈਡਮ ਦੀ ਪਰਮਿਸ਼ਨ ਹੋਊ। ਉਹਨਾਂ ਕੋਲ ਲੈ ਕੇ ਜਾਊਂ, ਪਾਰਟੀ ਨਾਲ ਡਿਸਕਸ਼ਨ ਹੋਊ। ਐਤਕੀ 500 ਵਾਅਦੇ ਨਹੀਂ ਕਰਨੇ ਪਾਟੇ ਖਾਂ ਵਾਲੇ ਤੇ ਪੂਰਾ 5 ਨਾ ਹੋਣ। ਡੱਲਾ ਸਾਹਿਬ, ਹੁਣ ਇੱਕ ਵੱਡਾ ਸਵਾਲ ਪੈਦਾ ਹੋ ਰਿਹਾ ਕਿ ਨਵਜੋਤ ਸਿੰਘ ਸਿੱਧੂ ਹੁਣ ਵਿਧਾਨ ਸਭਾ ਚੋਣਾਂ ਦੇ ਵਿੱਚ ਕਿੱਥੋਂ ਉਮੀਦਵਾਰ ਹੋਣਗੇ? ਅੰਮ੍ਰਿਤਸਰ ਤੋਂ ਲੜਨਗੇ, ਪਟਿਆਲਾ ਤੋਂ, ਜਾਂ ਕਿਤੇ ਹੋਰ ਵਿਧਾਨ ਸਭਾ ਸੀਟ ਤੋਂ ਚੋਣ ਲੜਨਗੇ? ਦੇਖੋ ਇਹ ਵੀ ਸਿਧਾਂਤ ਦੀ ਗੱਲ ਹੈ, ਅਸੂਲ ਦੀ ਗੱਲ ਹੈ। ਨਵਜੋਤ ਸਿੰਘ ਸਿੱਧੂ ਨੇ ਜਦ ਕਹਿਤਾ ਕਿ ਮੈਂ ਅੰਮ੍ਰਿਤਸਰ ਨਹੀਂ ਛੱਡਣਾ, ਅੰਮ੍ਰਿਤਸਰ ਤੋਂ ਹੀ ਚੋਣ ਲੜੂੰਗਾ, ਉਹ ਇਸ ਵਾਰ ਵੀ ਅੰਮ੍ਰਿਤਸਰ ਤੋਂ ਹੀ ਚੋਣ ਲੜਨਗੇ, ਆਪਣੇ ਹਲਕੇ ਤੋਂ ਚੋਣ ਲੜਨਗੇ। ਉਹਨਾਂ ਨੂੰ ਕੀ ਦਿੱਕਤ ਹੈ? ਮਿਹਨਤ ਕਰਦੇ ਨੇ, ਡਿਵੈਲਪਮੈਂਟ ਕਰਦੇ ਨੇ, ਹਲਕੇ ਦੇ ਲੋਕ ਖੁਸ਼ ਨੇ। ਹੁਣ ਸਵਾਲ ਇਹ ਹੈ ਕਿ ਬੀਜੇਪੀ ਤਾਂ ਟਿਕਟ ਦਿੰਦੀ ਸੀ ਕਿ ਕੁਰੂਕਸ਼ੇਤਰ ਤੋਂ ਲੜ ਲਓ, ਦਿੱਲੀ ਤੋਂ ਲੜ ਲਓ, ਹਰਿਆਣੇ ਤੋਂ ਲੜ ਲਓ, ਮੰਤਰੀ ਬਣਾ ਦਿੰਦੇ ਆ। ਅੰਮ੍ਰਿਤਸਰ ਨਹੀਂ ਛੱਡਿਆ ਸਿੱਧੂ ਨੇ। ਨਵਜੋਤ ਸਿੰਘ ਸਿੱਧੂ ਨੇ ਸਰਗਰਮੀ ਨਹੀਂ ਦਿਖਾਈ ਤੇ ਅਰੁਣ ਜੇਤਲੀ ਹਾਰ ਗਏ। ਅੰਮ੍ਰਿਤਸਰ 'ਚ ਨਵਜੋਤ ਸਿੰਘ ਸਿੱਧੂ ਇੱਕ ਪਰਿਵਾਰ ਦੀ ਤਰ੍ਹਾਂ ਸਾਰੇ ਲੋਕ ਅੰਮ੍ਰਿਤਸਰ 'ਚ ਨਵਜੋਤ ਸਿੰਘ ਸਿੱਧੂ ਨੂੰ ਦੇਖਦੇ ਨੇ। ਪਿਛਲੇ ਦਿਨਾਂ 'ਚ ਮੈਂ ਅੰਮ੍ਰਿਤਸਰ ਜਾ ਕੇ ਆਇਆ, ਲੋਕਾਂ ਦੇ ਵਿੱਚ ਬਹੁਤ ਚਾਅ ਰਹਿੰਦਾ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਪ੍ਰਤੀ, ਔਰ ਚੋਣ ਅੰਮ੍ਰਿਤਸਰ ਤੋਂ ਹੀ ਲੜਨਗੇ। ਕੁਝ ਦਿਨ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਵੀ ਸੀ ਕਿ ਮੈਂ ਚੋਣ ਲਈ ਥਾਂ ਨਹੀਂ ਬਦਲਣੀ। ਸ਼ਾਇਦ ਉਸ ਤੋਂ ਬਾਅਦ ਹੀ ਕੈਪਟਨ ਅਮਰਿੰਦਰ ਸਿੰਘ ਨੇ ਬਿਆਨ ਜਾਂ ਮੈਂ ਸੁਣਿਆ ਸੀ, ਕਹਿੰਦੇ ਕੈਪਟਨ ਅਮਰਿੰਦਰ ਕਹਿੰਦੇ ਮੈਂ ਪਟਿਆਲੇ ਤੋਂ ਹੀ ਲੜੂੰਗਾ।
ਜੀ ਡੱਲਾ ਸਾਹਿਬ, ਹੁਣ ਗੱਲ ਕਰਦੇ ਹਾਂ ਪਰਨੀਤ ਕੌਰ ਜੋ ਕਿ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਦੇ ਧਰਮ ਪਤਨੀ ਨੇ। ਉਹਨਾਂ ਨੂੰ ਨੋਟਿਸ ਦਿੱਤਾ ਗਿਆ ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਕਿ ਇਹ ਦੱਸੋ ਕਿ ਪਾਰਟੀ ਦੇ ਵਿੱਚ ਜਿਹੜੀਆਂ ਪਾਰਟੀ ਵਿਰੋਧੀ ਗਤੀਵਿਧੀਆਂ ਹੋ ਰਹੀਆਂ ਨੇ ਉਹਨਾਂ ਦੇ ਵਿੱਚ ਤੁਹਾਡੀ ਸ਼ਮੂਲੀਅਤ ਰਹੀ ਹੈ। ਇਹ ਵੀ ਲੈਟਰ 'ਚ ਲਿਖਿਆ ਹੈ ਕਿ ਉਹਨਾਂ ਨੂੰ ਪਾਰਟੀ ਨੂੰ ਹਾਈ ਕਮਾਂਡ ਨੂੰ ਰਿਪੋਰਟਾਂ ਗਈਆਂ ਨੇ ਹੇਠਲੇ ਪੱਧਰ ਤੋਂ ਵਰਕਰਾਂ ਦੀਆਂ ਤੇ ਉੱਥੇ ਦੇ ਆਗੂਆਂ ਦੀਆਂ ਕਿ ਪਰਨੀਤ ਕੌਰ ਪਾਰਟੀ ਵਿਰੋਧੀ ਗਤੀਵਿਧੀਆਂ 'ਚ ਸ਼ਾਮਲ ਨੇ। ਸੋ ਇਹ ਸ਼ੋਕਾਜ਼ ਨੋਟਿਸ ਦਿੱਤਾ ਗਿਆ, 7 ਦਿਨਾਂ ਦੇ ਅੰਦਰ ਅੰਦਰ ਜਵਾਬ ਦੇਣ ਦੀ ਗੱਲ ਕਹੀ ਗਈ ਹੈ। ਕੀ ਜਵਾਬ ਦੇ ਸਕਦੇ ਨੇ ਪਰਨੀਤ ਕੌਰ ਤੇ ਕੀ ਐਕਸ਼ਨ ਹੋ ਸਕਦਾ ਹੈ ਉਹਨਾਂ ਦੇ ਖਿਲਾਫ? ਦੇਖੋ, ਮੇਰੇ ਕੋਲ ਇਹ ਚਿੱਠੀ ਹੈ, ਇਹ 24 ਅਕਬਰ ਰੋਡ ਨਵੀਂ ਦਿੱਲੀ ਤੋਂ ਜਾਰੀ ਹੋਈ ਹੈ ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ। ਹਰੀਸ਼ ਚੌਧਰੀ ਜਿਹੜੇ ਐਕਸ MP ਨੇ ਤੇ ਇੰਚਾਰਜ ਨੇ ਪੰਜਾਬ ਤੇ ਚੰਡੀਗੜ੍ਹ ਦੇ, ਰਾਜਸਥਾਨ ਦੇ ਐਕਸ ਕੈਬਨਿਟ ਮਿਨਿਸਟਰ ਨੇ। ਆਹ ਚਿੱਠੀ ਹੈ, ਪ੍ਰਿੰਟਰ ਸਾਡਾ ਥੋੜਾ ਕਮਜ਼ੋਰ ਹੈ, ਇੱਕ ਪਾਸਿਓਂ ਧੁੰਦਲੀ ਹੈ, ਪਰ ਆਹ ਪੂਰੀ ਚਿੱਠੀ ਹੈ। ਹੁਣ ਸਵਾਲ ਇਹ ਹੈ ਕਿ ਬੀਬੀ ਪ੍ਰਨੀਤ ਕੌਰ ਨੂੰ ਚਿੱਠੀ ਜਾਰੀ ਕੀਤੀ ਗਈ ਹੈ ਇੰਚਾਰਜ ਹਰੀਸ਼ ਚੌਧਰੀ ਵੱਲੋਂ ਔਰ 7 ਦਿਨਾਂ 'ਚ ਜਵਾਬ ਮੰਗਿਆ ਗਿਆ। ਪਿਛਲੇ ਕੁਝ ਦਿਨਾਂ ਤੋਂ ਗਤੀਵਿਧੀਆਂ ਇਹੋ ਜਿਹੀਆਂ ਸੀ, ਇੱਕ ਦਿਨ ਅਸੀਂ ਦੇਖਿਆ ਕਿ ਕਈ ਜਿਹੜੇ ਕਾਂਗਰਸ ਦੇ ਕੌਂਸਲਰ ਨੇ ਉਹ ਕੈਪਟਨ ਅਮਰਿੰਦਰ ਦੇ ਹੱਕ 'ਚ ਹੀ ਨਾਅਰੇਬਾਜ਼ੀ ਕਰੀ ਜਾਂਦੇ ਆ। ਹੁਣ ਸਵਾਲ ਇਹ ਹੈ, ਕੈਪਟਨ ਅਮਰਿੰਦਰ ਤਾਂ ਰਿਜ਼ਾਈਨ ਕਰ ਗਏ ਕਾਂਗਰਸ ਤੋਂ, ਅਸਤੀਫਾ ਦੇ ਗਏ। ਉਹਨਾਂ ਦੀ ਧਰਮ ਪਤਨੀ ਕਾਂਗਰਸ ਦੇ MP ਨੇ। ਹੁਣ 7 ਦਿਨਾਂ 'ਚ ਬੀਬੀ ਪ੍ਰਨੀਤ ਕੌਰ ਨੂੰ ਇਹ ਦੱਸਣਾ ਪੈਣਾ ਹੈ ਵੀ ਕੀ ਉਹ ਕਾਂਗਰਸ ਨਾਲ ਖੜਨਗੇ। ਉਹਨਾਂ ਨੂੰ ਦੱਸਣਾ ਪੈਣਾ ਹੈ ਕਿ ਜਿਹੜੀਆਂ ਖਬਰਾਂ ਕੁਝ ਆਈਆਂ ਨੇ, ਜਿਹੜੇ ਉਹ ਨਾਅਰੇਬਾਜ਼ੀਆਂ ਆਈਆਂ ਨੇ, ਉਹ ਕਿਸ ਸੰਦਰਭ 'ਚ ਆਈਆਂ ਨੇ, ਕਿ ਉਹ ਹਕੀਕਤ ਦੇ ਵਿੱਚ ਸੀ ਜਾਂ ਕਿਸੇ ਫਿਲਮ ਦੀ ਸ਼ੂਟਿੰਗ ਹੋ ਰਹੀ ਸੀ ਜਾਂ ਕੋਈ ਨਾਟਕ ਦੀ ਸ਼ੂਟਿੰਗ ਹੋ ਰਹੀ ਸੀ, ਹੈ ਨਾ। ਨਾਟਕ ਦੀ ਸ਼ੂਟਿੰਗ ਹੁੰਦੀ ਹੋਵੇ ਤੇ ਉਹ ਬੰਦਾ ਕੁਝ ਵੀ ਕਹਿ ਸਕਦਾ, ਕੋਈ ਫਿਲਮ ਹੋਵੇ ਤੇ ਉਹ ਕੁਝ ਵੀ ਕਹਿ ਸਕਦਾ, ਜਾਂ ਉਹ ਹਕੀਕਤ 'ਚ ਸੀ। ਅਗਰ ਉਹ ਹਕੀਕਤ ਸੀ ਤੇ ਬੀਬੀ ਪ੍ਰਨੀਤ ਕੌਰ ਜੀ ਵੀ ਉੱਥੇ ਬੈਠੇ ਸੀ ਤੇ ਕਈ ਜਿਹੜੇ ਕੌਂਸਲਰ ਨੇ ਜਾਂ ਲੀਡਰ ਨੇ ਉਹ ਕੈਪਟਨ ਅਮਰਿੰਦਰ ਦਾ ਗੁਣਗਾਨ ਕਰ ਰਹੇ ਸੀ, ਜਦ ਕਿ ਕੈਪਟਨ ਅਮਰਿੰਦਰ ਕਾਂਗਰਸ ਪਾਰਟੀ ਛੱਡ ਗਏ। ਉਹਨਾਂ ਨੇ ਤਾਂ ਰਾਹੁਲ ਗਾਂਧੀ, ਪ੍ਰਿੰਕਾ ਗਾਂਧੀ ਤੇ ਸਵਾਲ ਖੜੇ ਕਰਤੇ, ਉਹਨਾਂ ਨੇ ਤਾਂ ਚਰਨਜੀਤ ਚੰਨੀ ਤੇ ਸਵਾਲ ਖੜੇ ਕੀਤੇ ਹੋਏ ਨੇ। ਹੁਣ ਅਜਿਹੀ ਸੂਰਤ 'ਚ ਬੀਬੀ ਪ੍ਰਨੀਤ ਕੌਰ ਕੀ ਕਰਨਗੇ? ਹੁਣ ਬੀਬੀ ਪ੍ਰਨੀਤ ਕੌਰ ਜਾਂ ਤਾਂ ਜਵਾਬ ਦੇਣਗੇ ਵੀ ਮੈਂ ਵਫਾਦਾਰ ਹਾਂ ਕਾਂਗਰਸ ਲਈ, ਮੈਂ ਕਾਂਗਰਸ ਨਹੀਂ ਛੱਡਣੀ, ਜਾਂ ਬੀਬੀ ਪ੍ਰਨੀਤ ਕੌਰ ਕਹਿ ਦੇਣਗੇ ਵੀ ਮੈਂ ਕਾਂਗਰਸ ਛੱਡ ਦੂੰਗੀ, ਮੈਂ ਕੈਪਟਨ ਅਮਰਿੰਦਰ ਨਾਲ ਜਾਊਂਗੀ, ਜਾਂ ਬੀਬੀ ਪ੍ਰਨੀਤ ਕੌਰ ਨੇ ਇਹਦਾ ਜਵਾਬ ਹੀ ਨਹੀਂ ਦੇਣਾ। ਤੇ ਹੁਣ ਸਮਾਂ 7 ਦਿਨਾਂ ਦਾ, 7 ਦਿਨਾਂ 'ਚ ਅਗਰ ਜਵਾਬ ਨਾ ਆਇਆ ਤੇ ਫਿਰ ਡਿਸਪਲਿਨਰੀ ਐਕਸ਼ਨ ਲਿਆ ਜਾ ਸਕਦਾ ਹੈ। ਹੁਣ ਕੀ ਕਾਂਗਰਸ ਪਾਰਟੀ ਕੋਈ ਐਕਸ਼ਨ ਲਊਗੀ? ਇਹ ਸਵਾਲ ਬਹੁਤ ਵੱਡਾ ਹੈ ਔਰ ਮੈਨੂੰ ਇਹ ਲੱਗਦਾ ਹੈ ਕਿ ਇਹ 7-8 ਦਿਨਾਂ ਦੇ ਵਿੱਚ ਇਹ ਸਿਆਸਤ ਕੋਈ ਨਾ ਕੋਈ ਮੋੜਾ ਲਊਗੀ, ਕਾਂਗਰਸ ਦੀ, ਪਟਿਆਲੇ ਦੀ ਸਿਆਸਤ। ਡੱਲਾ ਸਾਹਿਬ, CM ਚੰਨੀ ਵੱਲੋਂ ਲਗਾਤਾਰ ਫੈਸਲੇ ਲਏ ਜਾਂਦੇ ਰਹੇ। ਪਹਿਲਾਂ ਬਿਜਲੀ ਤੇ ਫੈਸਲੇ ਲਏ, ਹੁਣ ਕੇਬਲ ਦੇ ਰੇਟਸ ਦੇ ਉੱਪਰ ਫੈਸਲਾ ਲਿਆ, ਰੇਤੇ ਨੂੰ ਲੈ ਕੇ ਫੈਸਲੇ ਲੈ ਗਏ। ਵਿਰੋਧੀਆਂ ਨੇ ਬੜੇ ਵੱਡੇ ਸਵਾਲ ਚੁੱਕੇ ਤੇ ਹੁਣ ਚੰਨੀ ਅੱਜ ਪਟਿਆਲਾ ਵਿਖੇ ਗਏ ਸੀ ਜਿੱਥੇ ਤਕੜਾ ਵਿਰੋਧ ਹੋਇਆ, ਲਾਠੀ ਚਾਰਜ ਵੀ ਹੋਇਆ। ਸੋ ਚੰਨੀ ਨੂੰ ਕਿਤੇ ਨਾ ਕਿਤੇ ਪਹਿਲਾਂ ਮੁੱਖ ਮੰਤਰੀ ਨੂੰ ਬ੍ਰਾਂਡਿੰਗ ਕੀਤਾ ਗਿਆ ਇੱਕ ਆਮ ਆਦਮੀ ਦੇ ਮੁੱਖ ਮੰਤਰੀ ਦੇ ਤੌਰ ਤੇ। ਹੁਣ ਕਿਤੇ ਨਾ ਕਿਤੇ ਉਹ ਛਵੀ ਜਿਹੜੀ ਆ ਧੂਮਿਲ ਹੁੰਦੀ ਹੋਈ ਨਜ਼ਰ ਆ ਰਹੀ ਹੈ, ਵਿਰੋਧ ਵੀ ਹੋ ਰਿਹਾ ਕਈ ਜਗ੍ਹਾ ਤੇ। ਕਿਵੇਂ ਦੇਖਦੇ ਹੋ ਚੰਨੀ ਦਾ ਲਗਾਤਾਰ ਵਿਰੋਧ ਦੇਖਣ ਨੂੰ ਮਿਲ ਰਿਹਾ, ਚਾਹੇ ਉਹ ਸਿਆਸੀ ਵਿਰੋਧ ਹੋਵੇ, ਚਾਹੇ ਉਹ ਮੁਲਾਜ਼ਮਾਂ ਵੱਲੋਂ ਵਿਰੋਧ ਹੋਵੇ? ਅੱਜ ਵੀ ਬੜੇ ਵੱਡੇ ਪੱਧਰ ਤੇ ਵਿਰੋਧ ਕੀਤਾ ਗਿਆ ਮੁਲਾਜ਼ਮਾਂ। ਦੇਖੋ, ਇੱਕ ਪੁਰਾਣੀ ਕਹਾਵਤ ਹੈ ਕਿ ਕੱਪੜਾ ਜਿੰਨਾ ਮਰਜ਼ੀ ਮਹਿੰਗਾ ਹੋਵੇ, ਜਦੋਂ ਉਹਦਾ ਇੱਕ ਧੋ ਪੈ ਜਾਂਦਾ ਨਾ, ਜਦੋਂ ਆਪਾਂ ਇੱਕ ਵਾਰੀ ਧੋ ਪਾ ਲੈਂਦੇ ਹਾਂ ਉਹਨੂੰ, ਇੱਕ ਵਾਰੀ ਧੋ ਲੈਂਦੇ ਹਾਂ, ਫਿਰ ਆਪਾਂ ਨੂੰ ਉਹਦੀ ਅਸਲ ਕੁਆਲਿਟੀ ਪਤਾ ਲੱਗਦੀ ਹੈ। ਨਵਾਂ ਕੱਪੜਾ ਬੜਾ ਚਮਕਦਾਰ ਹੁੰਦਾ ਹੈ। ਕਈ ਵਾਰੀ ਮੈਂ ਵੀ ਨਵਾਂ ਕਮੀਜ਼ ਲਿਆਉਣਾ ਨਾ, ਮੈਂ 3-3 ਦਿਨ ਪ੍ਰੋਗਰਾਮਾਂ 'ਚ ਇੱਕੋ ਹੀ ਪਾਈ ਰੱਖਦਾ ਕਿਉਂਕਿ ਉਹ ਬੜਾ ਚੱਟਾ ਹੁੰਦਾ ਹੈ ਤੇ ਉਹ ਬੜਾ ਸਾਫ਼ ਸੁਥਰਾ ਜਿਹਾ ਲੱਗਦਾ ਹੈ। ਜਦੋਂ ਆਪਾਂ ਧੋ ਦਿੰਦੇ ਹਾਂ ਇੱਕ ਵਾਰੀ, ਉਹ ਕਾਲਰ ਜੇ ਉਹਦੇ ਉਹ ਮੂਧੇ ਜੇ ਹੋ ਜਾਂਦੇ ਕਈ ਵਾਰ। ਜੇ ਚੰਗੀ ਕੁਆਲਿਟੀ ਦਾ ਹੋਵੇ ਤੇ ਕਾਲਰ ਖੜੇ ਵੀ ਰਹਿੰਦੇ ਆ, ਹੈ ਨਾ। ਕਈ ਵਾਰੀ ਉਹ ਕਾਲਰ ਢਿਲਕ ਜੇ ਜਾਂਦੇ ਆ। ਇਸੇ ਤਰ੍ਹਾਂ ਕਿਸੇ ਵੀ ਵਿਅਕਤੀ ਦਾ ਵਿਅਕਤਿਤਵ ਹੈ। ਅਗਰ ਉਹ ਵਿਅਕਤੀ ਅਨੁਸ਼ਾਸਿਤ ਹੈ, ਅਗਰ ਉਹ ਵਿਅਕਤੀ ਕਿਰਦਾਰ ਦਾ ਪੱਕਾ ਹੈ, ਅਗਰ ਉਹ ਵਿਅਕਤੀ ਹਰ ਮਰਿਆਦਾ ਦੀ ਪਾਲਣਾ ਕਰਦਾ ਹੈ ਤੇ ਫਿਰ ਉਹਦੇ ਲਈ ਸਾਰੀਆਂ ਸਥਿਤੀਆਂ ਆਦਰਸ਼ ਹੈ। ਮੈਂ ਨਵਜੋਤ ਸਿੰਘ ਸਿੱਧੂ ਦੀ ਉਦਾਹਰਨ ਦਿੰਦਾ। ਹੁਣ ਨਵਜੋਤ ਸਿੰਘ ਸਿੱਧੂ ਨੂੰ ਕਿਸੇ ਵੀ ਹਾਲਾਤ 'ਚ ਤੁਸੀਂ ਦੇਖ ਲਓ, ਇਮਾਨਦਾਰੀ 'ਚ ਕਸੌਟੀ 'ਤੇ ਖੜਾ ਹੈ, ਸਿਧਾਂਤਾਂ 'ਤੇ ਵੀ ਖੜਾ ਹੈ, ਅਸੂਲਾਂ 'ਤੇ ਵੀ ਖੜਾ ਹੈ, ਆਪਣੀ ਮੰਗ ਨਹੀਂ ਬਦਲੀ, ਆਪਣਾ ਸਟੈਂਡ ਨਹੀਂ ਬਦਲਿਆ ਸਿਆਸਤ 'ਚ। ਹੁਣ ਚਰਨਜੀਤ ਚੰਨੀ ਉਹਨਾਂ ਨੂੰ ਸਿੱਖਣ ਦੀ ਲੋੜ ਹੈ ਨਵਜੋਤ ਸਿੰਘ ਸਿੱਧੂ ਤੋਂ। ਹੁਣ ਨਵਜੋਤ ਸਿੰਘ ਸਿੱਧੂ ਔਰ ਚਰਨਜੀਤ ਚੰਨੀ ਦੀ ਮੈਨੂੰ ਉਮਰ ਦਾ ਫਰਕ ਨਹੀਂ ਪਤਾ। ਨਵਜੋਤ ਸਿੰਘ ਸਿੱਧੂ ਹੋਣੀ ਤਾਂ ਹੋਣੇ 57 ਸਾਲ ਦੇ, ਚਰਨਜੀਤ ਚੰਨੀ ਉਹਨਾਂ ਦੀ ਉਮਰ ਨਹੀਂ ਪਤਾ, 2-4 ਸਾਲ ਘੱਟ ਵੀ ਹੋ ਸਕਦੇ, 2-4 ਸਾਲ ਵੱਧ ਵੀ ਹੋ ਸਕਦੇ। ਉਂਝ ਫਿੱਟ ਪਏ ਨੇ ਚਰਨਜੀਤ ਚੰਨੀ, ਮੈਂ ਕਈ ਵਾਰੀ ਦੇਖਦਾ ਸਪੋਰਟਸ ਸ਼ੂਜ਼ ਪਾਏ ਹੁੰਦੇ ਨੇ, ਸੋ ਰਨਿੰਗ ਕਰਦੇ ਹੋਣਗੇ ਚਰਨਜੀਤ ਚੰਨੀ, ਵਾਕ ਵੀ ਕਰਦੇ ਹੋਣਗੇ। ਪਰ ਸਵਾਲ ਇਹ ਹੈ
ਕਿ ਚਰਨਜੀਤ ਚੰਨੀ ਉਹਨਾਂ ਨੂੰ ਆਪਣੇ ਫੈਸਲਿਆਂ ਦੇ ਵਿੱਚ ਕੰਸਿਸਟੈਂਸੀ, ਨਿਰੰਤਰਤਾ ਲਿਆਉਣੀ ਪਏਗੀ। ਨਿਰੰਤਰਤਾ ਦਾ ਮਤਲਬ ਕਿ ਜਿਹੜੇ ਉਹ ਫੈਸਲੇ ਐਲਾਨ ਕਰਦੇ ਨੇ ਉਹ ਪ੍ਰਵਾਹ ਦੀ ਤਰ੍ਹਾਂ ਹੋਣੇ ਚਾਹੀਦੇ ਨੇ। ਅਗਰ ਚਰਨਜੀਤ ਚੰਨੀ ਉਹਨਾਂ ਨੇ ਕਹਿਤਾ ਵੀ ਕੇਬਲ 100 ਰੁਪਏ ਦੀ ਹੈ, ਤੇ ਚਰਨਜੀਤ ਚੰਨੀ ਉਹਨਾਂ ਕੋਲੇ ਲੌਜਿਕ ਹੋਣਾ ਚਾਹੀਦਾ, ਨੋਟੀਫਿਕੇਸ਼ਨ ਹੋਣਾ ਚਾਹੀਦਾ, ਆਧਾਰ ਹੋਣਾ ਚਾਹੀਦਾ ਵੀ ਕੇਬਲ 100 ਰੁਪਏ ਦੀ ਕਿਵੇਂ ਹੋਏਗੀ। ਅਗਰ ਚਰਨਜੀਤ ਚੰਨੀ ਨੇ ਕਹਿਤਾ ਵੀ ਰੇਤਾ 5.5 6 ਰੁਪਏ ਹੋ, ਤੇ ਕੀ ਚਰਨਜੀਤ ਚੰਨੀ ਉਹਨਾਂ ਨੇ ਉਹਦੇ ਪਿੱਛੇ ਕੰਮ ਕੀਤਾ? ਜਿਨ੍ਹਾਂ ਅਫਸਰਾਂ ਨੇ ਉਹਨਾਂ ਤੋਂ ਇਹ ਬਿਆਨ ਦਵਾਇਆ ਕਿ ਉਹਨਾਂ ਅਫਸਰਾਂ ਨੇ ਮੁਕੰਮਲ ਸਟੱਡੀ ਕੀਤਾ, ਰੇਤਾ ਹਜੇ ਵੀ ਨਹੀਂ ਸਸਤਾ ਮਿਲ ਰਿਹਾ, ਔਰ ਲੋਕ ਚਰਨਜੀਤ ਚੰਨੀ ਤੇ ਸਵਾਲ ਚੱਕ ਰਹੇ ਨੇ। ਹੁਣ ਚਰਨਜੀਤ ਚੰਨੀ ਉਹਨਾਂ ਦਾ ਕਸੂਰ ਕੋਈ ਨਹੀਂ, ਚਰਨਜੀਤ ਚੰਨੀ ਉਹਨਾਂ ਨੇ ਤਾਂ ਕਹਿਤਾ ਰੇਤਾ ਸਸਤਾ, ਫਿਰ ਰੇਤਾ ਸਸਤਾ ਹੋਇਆ ਕਿਉਂ ਨਹੀਂ? ਇਹਦਾ ਮਤਲਬ ਹੈ ਚਰਨਜੀਤ ਚੰਨੀ ਉਹਨਾਂ ਤੋਂ ਜਿਨ੍ਹਾਂ ਲੋਕਾਂ ਨੇ ਬਿਆਨ ਦਵਾਇਆ ਵੀ ਰੇਤਾ ਐਲਾਨ ਕਰ ਦਿਓ ਜੀ ਇੰਨਾ, ਇਹਦਾ ਮਤਲਬ ਹੈ ਉਹਨਾਂ ਲੋਕਾਂ ਨੇ ਕੰਮ ਨਹੀਂ ਕੀਤਾ। ਫਿਰ ਉਹ ਜ਼ਿੰਮੇਵਾਰੀ ਕਿਹਦੀ ਹੈ? ਚਰਨਜੀਤ ਚੰਨੀ ਉਹਨਾਂ ਦੀ। ਜਿਹੜੇ ਲੋਕ ਚਰਨਜੀਤ ਚੰਨੀ ਉਹਨਾਂ ਕੋਲੇ ਆਏ ਵੀ ਚੰਨੀ ਸਾਹਿਬ 100 ਰੁਪਏ ਕੇਬਲ ਦਾ ਰੇਟ ਕਰ ਦਿਓ, ਕੀ ਚਰਨਜੀਤ ਚੰਨੀ ਉਹਨਾਂ ਨੇ ਉਹਨਾਂ ਤੋਂ ਚੰਗੀ ਤਰ੍ਹਾਂ ਪੁੱਛਿਆ, ਸਮਝਿਆ, ਉਹਨਾਂ ਦੀ ਪੜਤਾਲ ਕੀਤੀ? ਇਹ ਖੋਜ ਦਾ ਵਿਸ਼ਾ। ਇਸੇ ਕਰਕੇ ਵਿਰੋਧ ਹੋ ਰਹੇ ਨਾ। ਹੁਣ ਤੁਸੀਂ ਦੇਖੋ ਮੁਲਾਜ਼ਮਾਂ ਨੇ ਵਿਰੋਧ ਕਰਤਾ ਚਰਨਜੀਤ ਚੰਨੀ ਉਹਨਾਂ ਦਾ। ਕਿੰਨੇ ਸਾਡੇ ਪੰਜਾਬ ਦੇ ਮੁਲਾਜ਼ਮ ਦੁਖੀ ਨੇ। ਮਨਪ੍ਰੀਤ ਬਾਦਲ ਮੁਰਦਾਬਾਦ ਦੇ ਨਾਅਰੇ ਵੀ ਲਾਉਂਦੇ ਨੇ ਸਾਡੇ ਮੁਲਾਜ਼ਮ। ਹੁਣ ਚਰਨਜੀਤ ਚੰਨੀ ਹੁਣੀ ਅਗਰ ਮੁਲਾਜ਼ਮਾਂ ਦੇ ਹੱਕ 'ਚ ਕੋਈ ਐਲਾਨ ਕਰਦੇ ਨੇ, ਉਹਦਾ ਨੋਟੀਫਿਕੇਸ਼ਨ ਤਾਂ ਹੋ ਜੇ ਨਾ, ਉਹ ਲਾਗੂ ਤਾਂ ਫੈਸਲਾ ਹੋ ਜੇ ਨਾ, ਨਹੀਂ ਤਾਂ ਨੁਕਸਾਨ ਕਿਹਦਾ ਹੈ? ਚਰਨਜੀਤ ਚੰਨੀ ਦਾ। ਕਈ ਲੋਕ ਨੇ ਜਦੋਂ ਚਰਨਜੀਤ ਚੰਨੀ ਮੁੱਖ ਮੰਤਰੀ ਬਣੇ, ਆਪਣੇ ਜਗਦੀਸ਼ ਜੀ ਗੱਲਾਂ ਸ਼ੁਰੂ ਹੋ ਗਈਆਂ ਵੀ ਚਰਨਜੀਤ ਚੰਨੀ ਨਵਜੋਤ ਸਿੰਘ ਸਿੱਧੂ ਨੂੰ ਕੱਟ ਗਏ ਜੀ ਪ੍ਰਸਿੱਧੀ 'ਚ। ਲਓ ਜੀ ਚਰਨਜੀਤ ਚੰਨੀ ਆਮ ਆਦਮੀ ਦੇ ਤੌਰ ਤੇ ਆ ਗਏ, ਹੈਗਾ ਆਮ ਆਦਮੀ ਚਰਨਜੀਤ ਚੰਨੀ, ਪਰ ਉਹ ਕੰਸਿਸਟੈਂਸੀ, ਉਹ ਨਿਰੰਤਰਤਾ ਕੀ ਬਰਕਰਾਰ ਹੈ? ਲੋਕ ਕਹਿੰਦੇ ਸੀ ਲਓ ਜੀ ਚਰਨਜੀਤ ਚੰਨੀ ਕੱਟ ਗਏ ਨਵਜੋਤ ਸਿੰਘ ਸਿੱਧੂ ਨੂੰ। ਕਿਉਂ? ਕਿਉਂਕਿ ਦੇਖੋ ਜੀ ਵੱਡੇ ਫੈਸਲੇ ਕਰਨ ਵਾਲਾ ਮੁੱਖ ਮੰਤਰੀ। ਮੈਂ ਇਸ਼ਤਿਹਾਰਾਂ ਵਾਲੇ ਬੋਰਡ ਦੇਖਦਾ ਸੀ, ਘਰ ਘਰ ਚੱਲੀ ਗੱਲ, ਚਰਨਜੀਤ ਚੰਨੀ ਕਰਦਾ ਮਸਲੇ ਹੱਲ, ਪਰ ਮਸਲੇ ਹੱਲ ਤਾਂ ਹੋਏ ਨਹੀਂ। ਹੁਣ ਚੰਨੀ ਸਾਹਿਬ ਨੇਕ ਨੇ, ਚੰਨੀ ਸਾਹਿਬ ਦੀ ਇਮਾਨਦਾਰੀ ਤੇ ਸਵਾਲ ਨਹੀਂ। ਚੰਨੀ ਸਾਹਿਬ ਮਾਫੀਆ ਦੇ ਬੜੇ ਖਿਲਾਫ ਨੇ, ਰੇਤ ਮਾਫੀਆ ਦੇ ਬਹੁਤ ਖਿਲਾਫ ਨੇ ਚੰਨੀ ਸਾਹਿਬ। ਮੈਂ ਰੋਪੜ ਵਾਲੇ ਪਾਸਿਓਂ ਮੈਂ ਸੁਣਦਾ, ਕਈ ਵਾਰੀ ਲੋਕ ਵਾਕਫ ਹੁੰਦੇ ਨੇ, ਉਹ ਕਹਿੰਦੇ ਚਰਨਜੀਤ ਚੰਨੀ ਜੋ ਮਰਜ਼ੀ ਹੋਣ ਦੇ ਸਕਦਾ ਆਪਣੇ ਹਲਕੇ 'ਚ, ਮਾਈਨਿੰਗ ਮਾਫੀਆ ਨਹੀਂ ਚੱਲਣ ਦੇ ਸਕਦਾ। ਹੁਣ ਉਸੇ ਤਰ੍ਹਾਂ ਚਰਨਜੀਤ ਚੰਨੀ ਦਾ ਬਿਆਨ ਆ ਗਿਆ ਵੀ ਕੇਵਲ 100 ਰੁਪਏ। ਮੈਂ ਬੜਾ ਖੁਸ਼ ਹੋਇਆ ਜਗਦੀਸ਼ ਜੀ, ਕਿਉਂਕਿ ਮੇਰੇ ਉਹ ਜਿਹੜਾ ਦੂਜਾ ਉਹ ਐਂਟੀਨੇ ਵਾਲਾ ਜਿਹੜਾ ਡੱਬਾ ਸੀ ਮੇਰਾ ਬੰਦ ਹੈ ਕਾਫੀ ਦੇਰ ਦਾ, ਮੈਂ ਕਿਹਾ ਕੇਬਲ ਹੀ ਲਵਾ ਲਾਂਗੇ, 100 ਰੁਪਏ ਲੱਗਣੇ। ਉਹ ਮੈਂ ਕੇਬਲ ਵਾਲੇ ਨੂੰ ਪੁੱਛਿਆ, ਉਹ ਕਹਿੰਦੇ ਜੀ ਅਸੀਂ ਲਾ ਹੀ ਨਹੀਂ ਸਕਦੇ 100 ਰੁਪਏ 'ਚ। ਸੋ ਉਹ ਬੜੀ ਦੁਚਿੱਤੀ ਵਾਲੀ ਸਥਿਤੀ ਜੀ ਪੈਦਾ ਹੋ ਗਈ ਵੀ ਚੰਨੀ ਸਾਹਿਬ ਕਹਿੰਦੇ 100 ਰੁਪਏ ਕੇਬਲ ਆ ਕੇਬਲ ਆਪਰੇਟਰਾਂ ਵਾਲਿਆਂ ਨੇ, ਇਹਨਾਂ ਵਿਚਾਰਿਆਂ ਨੇ ਪ੍ਰੈਸ ਕਾਨਫਰੰਸ ਕਰਤੀ, ਇਹ ਕਹਿੰਦੇ ਅਸੀਂ ਤਾਂ ਵੈਸੇ ਹੀ ਮੰਦੇ ਦਾ ਸ਼ਿਕਾਰ ਹਾਂ। ਕੇਬਲ ਵਾਲੇ ਕਹਿੰਦੇ ਇਹਨਾਂ ਨੇ ਵੀ ਪ੍ਰੈਸ ਕਾਨਫਰੰਸ ਕਰਤੀ। ਹੁਣ ਇਹ ਰੱਬ ਜਾਣੇ ਵੀ ਇਹ ਮੰਦੇ ਦਾ ਸ਼ਿਕਾਰ ਨੇ ਜਾਂ ਕੀ ਨੇ, ਪਰ ਇਹਨਾਂ ਦੀਆਂ ਗੱਡੀਆਂ ਦੇ ਸਾਈਜ਼ ਬਹੁਤ ਵੱਡੇ ਨੇ। ਮੈਂ ਕਈ ਵਾਰੀ ਕੇਬਲ ਵਾਲਿਆਂ ਦੀਆਂ ਕਾਰਾਂ ਦੇਖਦਾ ਸੀ ਜਿਨ੍ਹਾਂ ਦੀਆਂ ਪ੍ਰੈਸ ਕਾਨਫਰੰਸਾਂ ਹੋਈਆਂ, ਆਹ ਵੱਡੇ ਵੱਡੇ ਚੌੜੇ ਚੌੜੇ ਟਾਇਰਾਂ ਵਾਲੀਆਂ ਗੱਡੀਆਂ ਲੈ ਕੇ ਆਏ ਸੀ। ਪਰ ਚਲੋ ਅਗਰ ਉਹ ਆਪਣੇ ਆਪ ਨੂੰ ਕਹਿੰਦੇ ਨੇ ਵੀ ਅਸੀਂ ਬੜੇ ਗਰੀਬ ਜਿਹੇ ਆਦਮੀ ਆ, ਤੇ ਆਪਾਂ ਮੰਨ ਲੈਂਦੇ ਹਾਂ, ਕਿਉਂਕਿ ਮੈਂ ਤਾਂ ਜੋ ਸਾਹਮਣੇ ਵਾਲਾ ਵਿਅਕਤੀ ਕਹੂਗਾ ਆਪਾਂ ਪਹਿਲੀ ਨਜ਼ਰ 'ਚ ਤਾਂ ਮੰਨਾਂਗੇ। ਆਪਾਂ ਕਿਉਂ ਕਹੀਏ ਵੀ ਨਹੀਂ ਉਹ ਗਰੀਬ? ਹੋ ਸਕਦਾ ਗੱਡੀਆਂ ਉਹਨਾਂ ਦੇ ਦੋਸਤਾਂ ਮਿੱਤਰਾਂ ਦੀਆਂ ਹੋਣ ਜਾਂ ਕਿਰਾਏ 'ਤੇ ਲਿਆਏ ਹੋਣ। ਹੁਣ ਸਵਾਲ ਇਹ ਹੈ ਕਿ ਚਰਨਜੀਤ ਚੰਨੀ ਨੇ ਜਿਹੜੇ ਐਲਾਨ ਕੀਤੇ, ਮੂਲ ਵਿਸ਼ਾ ਇਹ ਹੈ ਉਹ ਲਾਗੂ ਕਿਉਂ ਨਹੀਂ ਹੋ ਰਹੇ? ਅਗਰ ਉਹ ਲਾਗੂ ਨਹੀਂ ਹੋਣਗੇ ਤੇ ਚਰਨਜੀਤ ਚੰਨੀ ਦੀ ਸਿਆਸੀ ਇਮੇਜ ਕਮਜ਼ੋਰ ਪਏਗੀ, ਔਰ ਪਈ ਹੈ। ਕਿਉਂ ਪਈ ਹੈ? ਕਿਉਂਕਿ ਧੜਾ ਧੜ ਐਲਾਨ ਕਰਨ ਲੱਗੇ ਚਰਨਜੀਤ ਚੰਨੀ। ਮੈਂ ਦੇਖਦਾ ਸੀ WhatsApp ਤੇ ਪੋਸਟਰ ਆ ਗਏ, WhatsApp ਤੇ ਪੋਸਟਰ ਆ ਗਏ ਕਈ ਜਗ੍ਹਾ। ਚਰਨਜੀਤ ਚੰਨੀ ਉਹਨਾਂ ਨੂੰ ਐਲਾਨਾਂ ਦੇ ਨਾਲ ਜੋੜ ਕੇ ਉਹਨਾਂ ਨੇ ਕਹਿ ਦਿੱਤਾ ਵੀ ਬੜੇ ਐਲਾਨ ਕਰਦੇ ਨੇ ਚਰਨਜੀਤ ਚੰਨੀ। ਇਕੱਲੇ ਐਲਾਨਾਂ ਦੇ ਨਾਲ ਸਿਆਸਤ ਨਹੀਂ ਹੋਣੀ। ਇਹੀ ਫਰਕ ਹੈ ਚਰਨਜੀਤ ਚੰਨੀ ਤੇ ਨਵਜੋਤ ਸਿੰਘ ਸਿੱਧੂ ਦਾ। ਨਵਜੋਤ ਸਿੰਘ ਸਿੱਧੂ ਕਹਿੰਦਾ ਮੈਂ ਐਲਾਨਾਂ ਦੀ ਸਿਆਸਤ ਨਹੀਂ ਕਰਨੀ, ਮੈਂ ਸਿਧਾਂਤਾਂ ਦੀ ਸਿਆਸਤ ਕਰਨੀ ਹੈ, ਮੈਂ ਇਨਕਮ ਜਨਰੇਟ ਕਰਨੀ ਹੈ। ਚਰਨਜੀਤ ਚੰਨੀ ਜੀ ਕਹਿੰਦੇ ਸਭ ਕੁਝ ਸਸਤਾ। ਹੁਣ ਕਈ ਲੋਕ ਕਹਿੰਦੇ ਸਾਡੇ ਬਿੱਲ ਨਹੀਂ ਮਾਫ ਹੋਏ, ਕਈਆਂ ਦੇ ਵੈਸੇ ਬਿੱਲ ਮਾਫ ਹੋ ਗਏ, ਐਵੇਂ ਐ ਨਾ ਸਮਝੋ ਵੀ ਸਾਰਿਆਂ ਦੇ ਨਹੀਂ ਹੋਏ, ਕਈਆਂ ਦੇ ਬਿੱਲ ਮਾਫ ਹੋ ਗਏ ਪਰ ਕਈਆਂ ਦੇ ਨਹੀਂ ਹੋਏ। ਹੁਣ ਜਿਨ੍ਹਾਂ ਦੇ ਨਹੀਂ ਹੋਏ ਉਹ ਵੱਧ ਦੁਖੀ ਨੇ, ਜਿਨ੍ਹਾਂ ਦੇ ਹੋ ਗਏ ਉਹ ਤਾਂ ਖੁਸ਼ ਨੇ। ਜਿਨ੍ਹਾਂ ਦੇ ਨਹੀਂ ਹੋਏ ਉਹ ਵੱਧ ਦੁਖੀ ਨੇ ਵੀ ਚੰਨੀ ਸਾਹਿਬ ਤੁਸੀਂ ਐਲਾਨ ਕੀਤਾ ਸੀ, ਬਿੱਲ ਮਾਫ ਹੋਏ ਕਿਉਂ ਨਹੀਂ? ਇਸ ਕਰਕੇ ਚਰਨਜੀਤ ਚੰਨੀ ਉਹਨਾਂ ਨੂੰ ਪੂਰੀ ਖੋਜ ਪੜਤਾਲ ਕਰਨ ਦੀ ਲੋੜ ਹੈ। ਜਿਹੜਾ ਉਹ ਐਲਾਨ ਕਰਨ ਉਹ ਪੂਰਾ ਹੋ ਜੇ, ਤਾਂ ਹੀ ਚਰਨਜੀਤ ਚੰਨੀ ਉਹਨਾਂ ਦੀ ਪ੍ਰਸਿੱਧੀ ਰਹੂਗੀ। ਔਰ ਸਿਆਸਤ 'ਚ ਅੱਜ ਵੀ ਪੰਜਾਬ ਦੀ ਸਿਆਸਤ 'ਚ ਨਵਜੋਤ ਸਿੰਘ ਸਿੱਧੂ ਪ੍ਰਸਿੱਧੀ ਦੇ ਮਾਮਲੇ 'ਚ ਨੰਬਰ 1 ਹੈ, ਅਸੂਲ ਦੇ ਮਾਮਲੇ 'ਚ ਨੰਬਰ 1 ਹੈ, ਇਮਾਨਦਾਰੀ 'ਚ ਨੰਬਰ 1 ਹੈ। ਬਾਕੀ ਉਹਨਾਂ ਨੂੰ ਮੈਂ ਬੇਈਮਾਨ ਨਹੀਂ ਕਹਿੰਦਾ, ਪਰ ਸਿੱਧੂ ਨੰਬਰ 1 ਹੈ। ਸਿਧਾਂਤਕ ਲੜਾਈ 'ਚ ਨੰਬਰ 1 ਹੈ। ਭਾਵੇਂ ਬਰਗਾੜੀ ਦੇ ਮਸਲੇ ਹੋਣ, ਨਸ਼ਿਆਂ ਦੇ ਮਸਲੇ ਹੋਣ, ਡਟ ਕੇ ਨਵਜੋਤ ਸਿੰਘ ਸਿੱਧੂ ਖੜ੍ਹਾ ਹੈ।
ਔਰ ਨਵਜੋਤ ਸਿੰਘ ਸਿੱਧੂ ਨਹੀਂ ਟਸ ਤੋਂ ਮਾਸ ਹੁੰਦਾ ਜਦ ਤੱਕ ਇਹ ਮਸਲੇ ਹੱਲ ਨਹੀਂ ਹੁੰਦੇ। ਇਹ ਪੰਜਾਬੀਆਂ ਨੇ ਦੇਖ ਲਿਆ। ਉਹ ਅਸਤੀਫੇ ਨੂੰ ਸਮਝਦਾ ਕੁਝ ਨਹੀਂ ਨਵਜੋਤ ਸਿੰਘ ਸਿੱਧੂ, ਉਹ ਅਸਤੀਫਾ ਜੇਬ 'ਚ ਪਾ ਕੇ ਰੱਖਦਾ ਨਵਜੋਤ ਸਿੰਘ ਸਿੱਧੂ। ਕਿਉਂ? ਉਹ ਕਹਿੰਦਾ ਮੈਂ ਸਿਧਾਂਤ ਨਾਲ ਸਮਝੌਤਾ ਨਹੀਂ ਕਰਨਾ। ਅਹੁਦਿਆਂ 'ਚ ਕੀ ਰੱਖਿਆ? ਸੋ ਇਸ ਕਰਕੇ ਜਿਹੜੀ ਸਿਆਸਤ ਹੈ ਆਉਂਦੇ ਦਿਨਾਂ 'ਚ ਉਹ ਸਾਰਿਆਂ ਦੇ ਲਈ ਬੜੀ ਚੁਣੌਤੀਪੂਰਵਕ ਹੈ। 150 ਕਰੋੜ ਇਕੱਠਾ ਪਿਛਲੀ ਸਰਕਾਰ ਦੇ ਟਾਈਮ ਪੰਜਾਬੀ ਯੂਨੀਵਰਸਿਟੀ ਨੇ ਲੋਨ ਲੈ ਲਿਆ। ਹੁਣ ਉਹ ਯੂਨੀਵਰਸਿਟੀ ਵਾਸਤੇ ਚਿੱਟਾ ਹਾਥੀ ਬਣ ਗਿਆ ਤੇ ਉਹਦੇ ਵਿਆਜ ਦੇ ਵਿੱਚ ਤੇ ਉਹਦੀ ਕਿਸ਼ਤ ਦੇ ਵਿੱਚ ਇਹ ਜਿਹੜੀ ਯੂਨੀਵਰਸਿਟੀ ਡੁੱਬਦੀ ਜਾ ਰਹੀ ਹੈ। ਸੋ ਅੱਜ ਮੈਂ ਧੰਨਵਾਦੀ ਹਾਂ FM ਸਾਹਿਬ ਦਾ, ਮੇਰੇ ਨਾਲ ਆਏ ਹੈ। ਅਸੀਂ ਇਹ ਫੈਸਲਾ ਕਰ ਲਿਆ ਕਿ ਇਹ 150 ਕਰੋੜ ਰੁਪਈਆ ਅਸੀਂ ਸਰਕਾਰ ਦੇ ਖੇਤਰ ਵਿੱਚ ਲੈ ਲਿਆ ਹੈ। ਇਹਨਾਂ ਦਾ ਇਸ ਗੱਲ ਤੋਂ ਵਜਨ ਲਾਤਾ ਹੈ। 150 ਕਰੋੜ ਰੁਪਈਆ ਹੁਣੇ ਪੰਜਾਬ ਸਰਕਾਰ ਨੇ ਓਨ ਕਰ ਲਿਆ ਤੇ ਅਸੀਂ ਇਹਨਾਂ ਨੂੰ ਇਹ ਇੱਕ ਕਿਸਮ ਦੀ ਗ੍ਰਾਂਟ ਦੇਤੀ ਹੈ ਤੇ ਇਹਨਾਂ ਨੂੰ 150 ਕਰੋੜ ਰੁਪਏ ਦਾ ਬੋਝ ਖਤਮ ਕਰਤਾ ਹੈ ਤਾਂ ਕਿ ਯੂਨੀਵਰਸਿਟੀ ਚੱਲੇ। ਲੇਕਿਨ ਇਸ ਤੋਂ ਵੀ ਅੱਗੇ ਯੂਨੀਵਰਸਿਟੀ ਦਾ ਖਰਚਾ ਹੈ ਮਹੀਨੇ ਦਾ 20 ਕਰੋੜ, ਜਿਹੜਾ ਜ਼ਰੂਰੀ ਇਹਨਾਂ ਨੂੰ ਸਰਕਾਰ ਵੱਲੋਂ ਚਾਹੀਦਾ। ਫੀਸਾਂ ਫੂਸਾਂ ਕੱਢ ਕੇ ਇਹਨਾਂ ਦਾ 20 ਕਰੋੜ ਰੁਪਏ ਦਾ ਖਰਚਾ ਬਚ ਜਾਂਦਾ ਜਿਹੜਾ ਨਹੀਂ ਪੇ ਕਰ ਸਕਦੇ। ਪੰਜਾਬ ਸਰਕਾਰ ਇਹਨਾਂ ਨੂੰ ਦੇ ਰਹੀ ਸੀ 9.5 ਕਰੋੜ ਰੁਪਈਆ, ਜਿਹਦੇ ਕਰਕੇ ਇਹ ਯੂਨੀਵਰਸਿਟੀ ਦੇ ਵਿੱਚ ਕੁਆਲਿਟੀ ਐਜੂਕੇਸ਼ਨ ਨਹੀਂ ਮਿਲ ਰਹੀ। ਪਰ ਸਾਡੀ ਜ਼ਿੰਮੇਵਾਰੀ ਹੈ ਕਿ ਪੰਜਾਬ ਦੇ ਵਿਦਿਆਰਥੀ ਨੂੰ, ਨੌਜਵਾਨ ਨੂੰ ਅੱਛੀ ਔਰ ਕੁਆਲਿਟੀ ਐਜੂਕੇਸ਼ਨ ਮਿਲੇ। ਯੂਨੀਵਰਸਿਟੀਆਂ ਕੋਲ ਇੰਨਾ ਕੁ ਪੈਸਾ ਹੋਵੇ ਕਿ ਉਹਨਾਂ ਨੂੰ ਪੈਸੇ ਦੀ ਦਿੱਕਤ ਕਰਕੇ ਪੜ੍ਹਾਈ ਨਾ ਖਰਾਬ ਹੋਵੇ। ਜੀ ਡੱਲਾ ਸਾਹਿਬ, ਅੱਜ ਦੇ ਇਸ ਪ੍ਰੋਗਰਾਮ 'ਚ ਆਪਣੇ ਵਿਚਾਰ ਰੱਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਹੁਣ ਦਰਸ਼ਕਾਂ ਤੋਂ ਵੀ ਆਪਾਂ ਇਜਾਜ਼ਤ ਲੈਂਦੇ ਹਾਂ। ਬਹੁਤ-ਬਹੁਤ ਧੰਨਵਾਦ। ਬਹੁਤ-ਬਹੁਤ ਧੰਨਵਾਦ ਜਗਦੀਸ਼ ਜੀ। ਕੋਈ ਖਾਸ ਕੋਈ ਬਿਆਨ ਹੋਏ ਤਾਂ ਜ਼ਰੂਰ ਜਾਂਦੇ ਜਾਂਦੇ ਸੁਣਾ ਦਿਓ। ਬਹੁਤ ਧੰਨਵਾਦ। ਸੋ ਅਸੀਂ ਯੂਨੀਵਰਸਿਟੀ ਨੂੰ 9.5 ਕਰੋੜ ਦੀ ਜਗ੍ਹਾ 20 ਕਰੋੜ ਰੁਪਈਆ ਪਰ ਮਹੀਨਾ ਦੇ ਕਰਾਂਗੇ ਤਾਂ ਕਿ ਇੱਥੇ ਇੱਕ ਬਹੁਤ ਵਧੀਆ ਇਹ ਯੂਨੀਵਰਸਿਟੀ ਜਿਸ ਸੁਪਨੇ ਨਾਲ, ਜਿਸ ਸੋਚ ਦੇ ਨਾਲ ਇਹ ਬਣਾਈ ਗਈ ਸੀ ਉਸ ਤਰ੍ਹਾਂ ਚੱਲੇ। ਸੋ ਅਸੀਂ 240 ਕਰੋੜ ਰੁਪਈਆ ਪਰ ਈਅਰ ਯੂਨੀਵਰਸਿਟੀ ਨੂੰ ਚਲਾਉਣ ਵਾਸਤੇ ਦੇਣਾ ਹੈ ਤੇ 150 ਕਰੋੜ ਰੁਪਈਆ ਇਹਨਾਂ ਦਾ ਅਸੀਂ ਮਾਫ ਕਰਤਾ ਹੈ ਵਿਆਜ। ਉਹ ਆਪਣੇ ਸਰਕਾਰ ਦੇ ਸਿਰ ਲੈ ਰਿਹਾ ਉਹ ਅਸੀਂ ਟੇਕ ਓਵਰ ਕਰ ਲਿਆ। ਸੋ ਇੱਕ ਵੱਡੀ ਸੋਚ ਦੇ ਨਾਲ ਅਸੀਂ ਅੱਜ ਯੂਨੀਵਰਸਿਟੀ ਦੇ ਵਿੱਚ ਵੈਸੇ ਮੀਟਿੰਗ ਕਰਨ ਆਏ ਆ, ਪਰ ਇਹਨਾਂ ਨੇ ਕੋਈ ਹਾਲ ਦੇ ਵਿੱਚ ਵੀ ਮੀਟਿੰਗ ਰੱਖੀ ਹੈ। ਅਸਲ ਦੇ ਵਿੱਚ ਮੈਨੂੰ ਇਹਨਾਂ ਨੇ ਅਪਰੋਚ ਕੀਤਾ, ਪਿਛਲੇ VC ਨੇ ਵੀ ਮੈਨੂੰ ਅਪਰੋਚ ਕੀਤਾ ਸੀ। ਉਦੋਂ ਅਸਲ ਦੇ ਵਿੱਚ ਜਿਹੜਾ ਬੰਦੇ ਸਰਕਾਰ ਚਲਾ ਰਹੇ ਉਹਨਾਂ ਨੇ ਫੈਸਲੇ ਲੈਣੇ ਹੁੰਦੇ, ਕਈ ਵਾਰ ਮੁੱਖ ਮੰਤਰੀ ਦੇ ਥੱਲੇ ਫੈਸਲੇ ਨਹੀਂ ਲਏ ਹੋਏ ਕਰਦੇ। ਇਸ ਕਰਕੇ ਮੈਂ ਧੰਨਵਾਦੀ ਹਾਂ FM ਸਾਹਿਬ ਦਾ, ਜਿਹੜੇ ਅੱਜ ਆ ਕੇ ਮੇਰੇ ਨਾਲ ਉਹਨਾਂ ਨੇ ਇਸ ਮਸਲੇ ਨੂੰ ਹੱਲ ਕੀਤਾ ਹੈ। ਅਸੀਂ ਅੱਛੀ ਐਜੂਕੇਸ਼ਨ ਵੱਲ ਵਧ ਰਹੇ ਹਾਂ। ਪੰਜਾਬ ਦੇ ਵਿੱਚ ਇੱਕ ਨਵਾਂ ਮਾਡਲ ਐਜੂਕੇਸ਼ਨ ਦਾ ਲੈ ਕੇ ਆ ਰਹੇ ਹਾਂ। ਨਵੀਂ ਸੋਚ, ਨਵਾਂ ਪੰਜਾਬ ਅਸੀਂ ਬਣਾਵਾਂਗੇ ਤੇ ਹਰ ਸਾਲ 240 ਕਰੋੜ ਰੁਪਈਆ ਪੰਜਾਬ ਸਰਕਾਰ पंजाबी यूनिवर्सिटी ਨੂੰ ਚਲਾਉਣ ਵਾਸਤੇ ਤੈਅ करेगी। जैसा आपको ज्ञात है कि 19 तारीख को माननीय प्रधानमंत्री जी ने गुरुपुरब के अवसर पर देश को संबोधित करते हुए ये घोषणा की थी कि तीनों कृषि कानून वापस लिए जाएंगे और ये तीनों कृषि कानून, जिसमें पहला कृषि उत्पादन व्यापार और वाणिज्य विधेयक 2020 है, दूसरा मूल्य आश्वासन एवं कृषि सेवाओं पर कृषक सशक्तिकरण एवं संरक्षण अनुबंध विधेयक 2020 व तीसरा जो है आवश्यक वस्तु संशोधन बिल को, इन तीनों को ही वापस लेने की उन्होंने उस समय घोषणा की थी। और उसके बाद आज जब कैबिनेट की बैठक हुई तो उसमें इन सभी औपचारिकताओं को पूरा करके कैबिनेट ने तीनों बिल वापस लेने का जो औपचारिकता है उसको पूरा किया है। कुछ ही दिनों के बाद अगले हफ्ते की शुरुआत में पार्लियामेंट का सत्र आएगा और ये जो तीनों विधेयक लोकसभा राज्यसभा में पूर्व में पास हुए थे, इनको वहाँ पर बाकी जो प्रक्रिया वापस लेने की वहाँ पर पूरी कर दी जाएगी। और मैंने ये भी विस्तार में कहा कि जो 19 तारीख को घोषणा माननीय प्रधानमंत्री जी ने की थी, उन्होंने यही कहा था कि हम इसको जल्द वापस लेने की प्रक्रिया पूरी करेंगे। पहली कैबिनेट में वापस भी
करने की प्रक्रिया पूरी कर ली, औपचारिकताएं पूरी हो गई और अब जैसे ही विंटर सेशन की शुरुआत होगी वहाँ पर भी प्राथमिकता के तौर पर ये करने का काम किया जाएगा। ਤੁਸੀਂ 1 ਮਹੀਨੇ ਬਾਅਦ ਕੋਡ ਲੱਗ ਜਾਣਾ ਹੈ, 2 ਮਹੀਨੇ ਉਹਦੇ ਬਾਅਦ ਇਲੈਕਸ਼ਨ ਹੋ ਜਾਣਾ ਹੈ। ਅਗਲੇ 5 ਸਾਲ ਵਾਸਤੇ ਤੁਸੀਂ ਫੈਸਲਾ ਕਰਨਾ ਹੈ ਕਿਹਨੂੰ ਮੌਕਾ ਦੇਣਾ ਹੈ 5 ਸਾਲ ਵਾਸਤੇ ਤੁਹਾਡੀ ਜ਼ਿੰਦਗੀ ਦਾ ਕੰਟਰੋਲ। 4 ਪਾਰਟੀਆਂ 4 ਗੱਠਜੋੜ ਹੈ ਜਿਹੜੇ ਇਸ ਮੈਦਾਨ ਚ ਆਉਣਗੇ। ਇੱਕ ਸ਼੍ਰੋਮਣੀ ਅਕਾਲੀ ਦਲ ਬੀਐਸਪੀ, ਦੂਜੇ ਪਾਸੇ ਕਾਂਗਰਸ, ਤੀਜੇ ਪਾਸੇ ਆਮ ਆਦਮੀ ਪਾਰਟੀ ਤੇ ਚੌਥੀ ਬੀਜੇਪੀ। ਹੁਣ ਜੇ ਚਾਰਾਂ ਚੋਂ ਦੇਖੀਏ ਪੰਜਾਬ ਦੀ ਤਾਂ ਇਕੱਲੀ ਕੋਈ ਕਹਿ ਸ਼੍ਰੋਮਣੀ ਅਕਾਲੀ ਦਲ। ਬੀਐਸਪੀ ਦਾ ਵੀ ਜਨਮ ਪੰਜਾਬ 'ਚ ਹੀ ਹੋਇਆ। ਅੱਜ ਬੀਐਸਪੀ ਬਹੁਜਨ ਸਮਾਜ ਨੂੰ ਇਕੱਠਾ ਕਰਕੇ ਪੂਰੇ ਦੇਸ਼ ਵਿੱਚ ਜਿਹੜੀ ਬੀਐਸਪੀ ਬਣੀ, ਸ਼ਾਹ ਸ਼੍ਰੀ ਕਾਂਸ਼ੀ ਰਾਮ ਜੀ ਨੇ ਬਣਾਈ। ਸ਼ੁਰੂਆਤ ਉਹਨਾਂ ਨੇ ਪੰਜਾਬ ਚੋਂ ਕੀਤੀ। ਪਹਿਲੇ ਡੀਐਸ4 ਬਣਾਈ ਸੀ, ਪੰਜਾਬ ਤੋਂ ਇੱਥੋਂ ਇਲੈਕਸ਼ਨ ਲੜੇ। 96 ਵਿੱਚ ਸ਼੍ਰੋਮਣੀ ਅਕਾਲੀ ਦਲ ਬੀਐਸਪੀ ਦਾ ਸਮਝੌਤਾ ਸੀ। ਬਾਬੂ ਕਾਂਸ਼ੀ ਰਾਮ ਜੀ ਹੁਸ਼ਿਆਰਪੁਰ ਤੋਂ ਲੜੇ, ਮੈਂ ਉਦੋਂ ਫਰੀਦਕੋਟ ਤੋਂ ਲੜਿਆ ਸੀ। ਇਕੱਠੇ ਅਸੀਂ ਜਿੱਤ ਕੇ ਪਾਰਲੀਮੈਂਟ ਗਏ। ਉਦੋਂ ਤੁਸੀਂ ਦੇਖਿਆ ਹੋਣਾ ਪੂਰੇ ਪੰਜਾਬ ਦੀ 13 ਚੋਂ 11 ਸੀਟਾਂ ਆਪਾਂ ਜਿੱਤੀਆਂ ਸੀ। ਇੱਕ ਤੂਫਾਨ ਆ ਗਿਆ ਸੀ। ਹੁਣ ਜਿਹੜੀ ਮੈਂ ਬੇਨਤੀ ਕਰਨਾ ਹੈ ਕਿ ਦੂਜੇ ਪਾਸੇ ਜਿਹੜੀਆਂ ਪਾਰਟੀਆਂ ਜਿਹੜਾ ਨੂੰ ਹੁਕਮ ਬਾਹਰੋਂ ਮਿਲਦਾ, ਭਾਵੇਂ ਕਾਂਗਰਸ ਹੈ, ਭਾਵੇਂ ਆਮ ਆਦਮੀ ਪਾਰਟੀ, ਭਾਵੇਂ ਬੀਜੇਪੀ ਹੈ, ਉਹਨਾਂ ਦਾ ਪੰਜਾਬ ਪ੍ਰਤੀ ਕੋਈ ਜ਼ਿਆਦਾ ਦਰਦ ਨਹੀਂ, ਕੋਈ ਪਰਵਾਹ ਨਹੀਂ ਹੈ। ਸੀਟ ਸਾਡੀ ਅਨਾਉਂਸ ਹੋਣ ਵਾਲੀ ਰਹਿੰਦੀ ਸੀ, ਲੁਧਿਆਣਾ ਨਾਰਥ। ਮੈਂ ਪਾਰਟੀ ਦੇ ਪ੍ਰਧਾਨ ਸਾਹਿਬ ਦਾ ਸ਼ੁਕਰੀਆ ਅਦਾ ਕਰਦਾ ਕਿ ਉਹਨਾਂ ਨੇ ਬੜੇ ਮਿਹਨਤੀ ਆਗੂ ਆਰ.ਡੀ. ਸ਼ਰਮਾ ਜੀ ਨੂੰ ਜਿਹੜਾ ਇੱਥੋਂ ਉਮੀਦਵਾਰ ਲੁਧਿਆਣਾ ਨਾਰਥ ਤੋਂ ਬਣਾਇਆ। ਔਰ ਮੈਂ ਵਿਜੇ ਦਾਨਵ ਜੀ ਜਿਹੜੇ ਸਾਡੇ ਹਲਕੇ ਦੇ ਇੰਚਾਰਜ ਸੀਗੇ, ਉਹਨਾਂ ਦਾ ਖਾਸ ਤੌਰ ਤੇ ਧੰਨਵਾਦ ਕਰਦਾ ਕਿ ਪ੍ਰਧਾਨ ਸਾਹਿਬ ਨੇ ਜਿਹੜਾ ਫੈਸਲਾ ਲਿਆ ਉਹਨਾਂ ਦੀ ਰਾਏ ਦੇ ਨਾਲ ਲਿਆ ਔਰ ਉਹਨਾਂ ਨੇ ਖੜੇ ਮੱਥੇ ਫੈਸਲਾ ਸਵੀਕਾਰ ਕਰਦੇ ਹੋਏ ਸਭ ਤੋਂ ਪਹਿਲਾਂ ਆਪ ਬੁਲਾ ਕੇ ਉਹਨਾਂ ਨੂੰ ਸਰੋਪਾ ਦੇ ਕੇ ਉਹਨਾਂ ਦੇ ਨਾਲ ਡਟ ਕੇ ਚੱਲਣ ਦਾ ਫੈਸਲਾ। ਦੇਖੋ ਗੱਲ ਇਹ ਹੈ ਕਿ ਚੰਨੀ ਸਾਹਿਬ ਨੇ ਜਿਹੜੇ ਸੂਬੇ ਦੇ ਮੁੱਖ ਮੰਤਰੀ ਦਾ ਰੁਤਬਾ ਹੁੰਦਾ, ਆਪਣੀ ਵਰਕਿੰਗ ਦੇ ਨਾਲ ਉਹਨੂੰ ਬਹੁਤ ਥੱਲੇ ਕਰ ਦਿੱਤਾ, ਉਹਦੀ ਕ੍ਰੈਡੀਬਿਲਿਟੀ ਖਤਮ ਕਰ ਦਿੱਤੀ ਹੈ, ਉਹਦੀ ਭਰੋਸੇਯੋਗਤਾ ਖਤਮ ਕਰ ਦਿੱਤੀ ਹੈ। ਮੁੱਖ ਮੰਤਰੀ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਕੋਈ ਫੈਸਲਾ ਲੈਣ ਤੋਂ ਪਹਿਲਾਂ ਕਿ ਲੀਗਲੀ ਉਹ ਚੀਜ਼ ਅਲਾਉਡ ਹੈ ਕਿ ਨਹੀਂ ਹੈ, ਕਿ ਫਾਈਨੈਂਸ਼ੀਅਲ ਪੋਜੀਸ਼ਨ ਸੂਬੇ ਦੀ ਅਲਾਉ ਕਰਦੀ ਹੈ ਕਿ ਨਹੀਂ ਕਰਦੀ, ਕਿ ਕੋਈ ਕਾਨੂੰਨ ਉਹਨਾਂ ਨੂੰ ਆਗਿਆ ਦਿੰਦਾ ਕਿ ਨਹੀਂ ਦਿੰਦਾ। ਇਹ ਸਾਰੀਆਂ ਚੀਜ਼ਾਂ ਪਹਿਲਾਂ ਵਿਸਤਾਰ ਦੇ ਵਿੱਚ ਕੈਬਨਿਟ ਦੇ ਵਿੱਚ ਵਿਚਾਰਨੀਆਂ ਹੁੰਦੀਆਂ ਨੇ, ਫਿਰ ਫੈਸਲੇ ਕੀਤੇ ਜਾਂਦੇ ਆ ਤਾਂ ਜੋ ਮੁੱਖ ਮੰਤਰੀ ਦੇ ਮੂੰਹੋਂ ਨਿਕਲਿਆ ਇੱਕ ਇੱਕ ਸ਼ਬਦ ਉਹਦੇ ਤੇ ਬਾਅਦ 'ਚ ਪਹਿਰਾ ਦਿੱਤਾ ਜਾ ਸਕੇ। ਪਰ ਹੈਰਾਨੀ ਹੈ ਕਿ ਮੁੱਖ ਮੰਤਰੀ ਨੇ ਕਹਿਤਾ ਕਿ 5.5 ਰੁਪਏ ਕਿਊਬਿਕ ਫੀਟ ਰੇਤਾ ਦਾ ਐਲਾਨ ਕਰ ਦਿੱਤਾ ਔਰ ਅੱਜ ਦੀ ਤਰੀਕ 'ਚ ਉਹਨਾਂ ਦੇ ਪ੍ਰਧਾਨ ਵੀ ਮੰਨ ਚੁੱਕਿਆ ਕਿ ਰੇਤਾ ਜਿਹੜੀ ਹੈ 25 ਰੁਪਏ ਤੋਂ ਉੱਤੇ ਕਿਊਬਿਕ ਫੁੱਟ ਮਿਲਦੀ ਪਈ ਹੈ। ਅਖਬਾਰਾਂ ਨੇ ਏਡੇ ਵੱਡੇ ਜਿਹੜੇ ਆ ਉਹਦੇ 'ਚ ਆਰਟੀਕਲ ਲਾਤੇ ਕਿ ਸੂਬੇ ਦੇ ਵਿੱਚ ਰੇਤਾ 25 ਰੁਪਏ ਕਿਊਬਿਕ ਫੁੱਟ ਤੋਂ ਮਹਿੰਗੀ ਵਿਕ ਰਹੀ ਹੈ। ਤੇ ਦੱਸੋ ਫਿਰ ਮੁੱਖ ਮੰਤਰੀ ਦੇ ਉੱਤੇ ਲੋਕੀ ਕਿਵੇਂ ਭਰੋਸਾ ਕਰਨ। ਬਿਜਲੀ ਦੇ ਬਿੱਲਾਂ ਦਾ ਕਹਿਤਾ ਕਿ 3 ਰੁਪਏ ਯੂਨਿਟ ਅੱਜ ਤੋਂ ਬਾਅਦ ਸਸਤੀ ਹੋ ਜੂਗੀ। ਨੋਟੀਫਿਕੇਸ਼ਨ ਹਾਲੇ ਕਹਿੰਦੇ ਰਾਤੀ ਹੋਇਆ, ਉਹ ਹੋਇਆ ਕਿ ਨਹੀਂ ਹੋਇਆ, ਅੱਗੇ ਲਾਗੂ ਹੁੰਦਾ ਕਿ ਨਹੀਂ ਹੁੰਦਾ, ਰੈਗੂਲੇਟਰ ਨੂੰ ਮੰਨਦਾ ਕਿ ਨਹੀਂ ਮੰਨਦਾ, ਇਹ ਹਾਲੇ ਸਾਰੀਆਂ ਚੀਜ਼ਾਂ ਆ। ਇਸ ਕਰਕੇ ਇਹ ਜਿਹੜਾ ਪਾਪੂਲਿਸਟ ਤਰੀਕਾ ਹੈਗਾ, ਇਹ ਸਿਰਫ ਆਪਣੀਆਂ ਕਮਜ਼ੋਰੀਆਂ ਨੂੰ ਛੁਪਾਉਣ ਵਾਸਤੇ ਜਿਹੜਾ ਇਹ ਸੂਬੇ ਦਾ ਜਿਹੜਾ ਇਹ ਆਪਣੀ ਭਰੋਸੇਯੋਗਤਾ ਖਤਮ ਕਰੀ ਜਾ ਰਿਹਾ। ਮੈਂ ਸਮਝਦਾ ਉਹਨਾਂ ਨੂੰ ਗਰੇਜ ਕਰਨਾ ਚਾਹੀਦਾ। ਮੁੱਖ ਮੰਤਰੀ ਦੇ ਅਹੁਦੇ ਦੀ ਕੋਈ ਮਾਣ ਮਰਿਆਦਾ ਹੁੰਦੀ ਹੈ, ਉਹਦੇ ਤੇ ਕਰਨਾ ਚਾਹੀਦਾ।